ਪਿਆਰੇ ਵਿਦਿਆਰਥੀਓ, ਸਾਡਾ ਅੱਜ ਦਾ ਟੌਪਿਕ ਹੈ ਮੀਨਿੰਗ ਐਂਡ ਸਕੋਪ ਆਫ ਪੋਲੀਟੀਕਲ ਸਾਇੰਸ, ਯਾਨੀ ਕਿ ਰਾਜਨੀਤੀ ਸ਼ਾਸਤਰ ਦਾ ਮੀਨਿੰਗ ਐਂਡ ਸਕੋਪ ਕੀ ਹੈ। ਸੋ ਸਕੋਪ ਦਾ ਅਰਥ ਹੈ ਖੇਤਰ। ਖੇਤਰ ਦਾ ਮਤਲਬ ਆ ਵੀ ਅਸੀਂ ਪੋਲੀਟੀਕਲ ਸਾਇੰਸ ਦੇ ਵਿੱਚ ਕਿਹੜੀ ਚੀਜ਼ ਦੀ ਸਟੱਡੀ ਕਰਦੇ ਹਾਂ, ਕਿਹੜੀ ਚੀਜ਼ ਦਾ ਅਧਿਐਨ ਅਸੀਂ ਪੋਲੀਟੀਕਲ ਸਾਇੰਸ ਦੇ ਵਿੱਚ ਕਰਦੇ ਹਾਂ, ਉਹ ਸਾਰਾ ਕੁਝ ਇਹਦੇ ਖੇਤਰ ਵਿੱਚ ਆ ਜਾਂਦਾ ਹੈ। ਸੋ ਅਸੀਂ ਅੱਜ ਇਸੇ ਚੀਜ਼ ਨੂੰ ਡਿਸਕਸ ਕਰਨਾ ਆ ਕਿ ਪੋਲੀਟੀਕਲ ਸਾਇੰਸ ਦਾ ਖੇਤਰ ਜਿਹੜਾ ਕਿੰਨਾ ਕੁ ਵਿਆਪਕ ਆ, ਯਾਨੀ ਕਿ ਅਸੀਂ ਪੋਲੀਟੀਕਲ ਸਾਇੰਸ ਦੇ ਵਿੱਚ ਕਿਹੜੀ ਚੀਜ਼ ਦਾ ਅਧਿਐਨ ਕਰਦੇ ਹਾਂ, ਕਿਹੜੀ ਚੀਜ਼ ਦੀ ਸਟੱਡੀ ਕਰਦੇ ਹਾਂ। ਸੋ ਸਭ ਤੋਂ ਪਹਿਲਾਂ ਅਸੀਂ ਪੋਲੀਟਿਕਸ ਸ਼ਬਦ ਜਿਹੜਾ ਆ ਉਹਦਾ ਓਰੀਜਨ ਕਿੱਥੋਂ ਹੈ ਉਹਦੇ ਬਾਰੇ ਗੱਲ ਕਰਦੇ ਹਾਂ। ਸੋ ਪੰਜਾਬੀ ਦਾ ਰਾਜਨੀਤੀ ਸ਼ਬਦ ਜਿਹੜਾ ਆ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਪੋਲੀਟਿਕਸ ਦਾ ਪੰਜਾਬੀ ਅਨੁਵਾਦ ਹੈ, ਯਾਨੀ ਕਿ ਇੰਗਲਿਸ਼ ਦੇ ਵਿੱਚ ਅਸੀਂ ਪੋਲੀਟਿਕਸ ਕਹਿੰਦੇ ਹਾਂ, ਪੰਜਾਬੀ 'ਚ ਅਸੀਂ ਰਾਜਨੀਤੀ ਕਹਿੰਦੇ ਹਾਂ। ਅਤੇ ਪੋਲੀਟਿਕਸ ਸ਼ਬਦ ਜਿਹੜਾ ਆ ਉਹ ਯੂਨਾਨੀ ਭਾਸ਼ਾ ਦੇ ਸ਼ਬਦ ਪੋਲਿਸ ਤੋਂ ਬਣਿਆ। ਪੋਲਿਸ ਦਾ ਅਰਥ ਕੀ ਆ? ਨਗਰ ਰਾਜ। ਸੋ ਇਸ ਤਰੀਕੇ ਨਾਲ ਪੁਰਾਣੇ ਸਮੇਂ ਦੇ ਵਿੱਚ ਯੂਨਾਨ ਦੇ ਵਿੱਚ ਛੋਟੇ ਨਗਰ ਰਾਜ ਹੁੰਦੇ ਸੀਗੇ, ਜਿਨ੍ਹਾਂ ਨਾਲ ਸੰਬੰਧਿਤ ਵਿਸ਼ੇ ਨੂੰ ਰਾਜਨੀਤੀ ਕਿਹਾ ਜਾਂਦਾ ਸੀ। ਸੋ ਕਹਿਣ ਦਾ ਮਤਲਬ ਇਹ ਆ ਕਿ ਪੁਰਾਣੇ ਸਮੇਂ ਦੇ ਵਿੱਚ ਛੋਟੇ ਨਗਰ ਰਾਜ ਹੁੰਦੇ ਸੀ, ਛੋਟੇ ਸਿਟੀ ਸਟੇਟਸ ਹੁੰਦੇ ਸੀ, ਜਿਨ੍ਹਾਂ ਨਾਲ ਸੰਬੰਧਿਤ ਵਿਸ਼ਾ ਜਿਹੜਾ ਆ ਜਿਹਨੂੰ ਪੋਲੀਟਿਕਸ ਕਿਹਾ ਜਾਂਦਾ ਸੀ, ਉਹਦੇ ਵਿੱਚ ਉਸ ਨਗਰ ਰਾਜ ਨਾਲ ਸੰਬੰਧਿਤ ਹਰ ਇੱਕ ਆਸਪੈਕਟ ਜਿਹੜਾ ਉਹਦੀ ਸਟੱਡੀ ਕੀਤੀ ਜਾਂਦੀ ਸੀ। ਸੋ ਉਸ ਸਮੇਂ ਦੇ ਪ੍ਰਸਿੱਧ ਵਿਦਵਾਨ ਅਰਸਤੂ ਨੇ 158 ਦੇਸ਼ਾਂ ਦੇ ਸੰਵਿਧਾਨਾਂ ਦਾ ਅਧਿਐਨ ਕੀਤਾ ਸੀਗਾ ਅਤੇ ਉਹਨਾਂ ਨੇ ਆਪਣੀ ਇੱਕ ਕਿਤਾਬ ਵੀ ਲਿਖੀ ਸੀ ਜਿਹਦਾ ਨਾਮ ਉਹਨਾਂ ਨੇ ਪੋਲੀਟਿਕਸ ਰੱਖਿਆ ਸੀ। ਕਈ ਵਾਰੀ ਪੇਪਰ ਦੇ ਵਿੱਚ ਵੀ ਕੁਐਸਚਨ ਆ ਜਾਂਦਾ ਆ ਕਿ ਪੋਲੀਟਿਕਸ ਨਾਮ ਦੀ ਪੁਸਤਕ ਦਾ ਲੇਖਕ ਕੌਣ ਹੈ, ਅਤੇ ਉਹਦੇ ਵਿੱਚ ਆਪਾਂ ਆਨਸਰ ਲਿਖਣਾ ਹੈ ਕਿ ਪੋਲੀਟਿਕਸ ਨਾਮ ਦੀ ਪੁਸਤਕ ਜਿਹੜੀ ਹੈ ਪ੍ਰਸਿੱਧ ਵਿਦਵਾਨ ਅਰਸਤੂ ਦੁਆਰਾ ਲਿਖੀ ਗਈ ਹੈ ਜਾਂ ਅਰਿਸਟੋਟਲ ਦੁਆਰਾ ਲਿਖੀ ਗਈ ਹੈ। ਆਓ ਹੁਣ ਆਪਾਂ ਪੋਲੀਟੀਕਲ ਸਾਇੰਸ ਦੀਆਂ ਡੈਫੀਨੇਸ਼ਨਸ ਦੀ ਗੱਲ ਕਰਦੇ ਹਾਂ। ਸੋ ਇੱਥੇ ਦੋ ਸਕੂਲ ਆਫ ਥਾਟਸ ਆਪਾਂ ਡਿਸਕਸ ਕਰਨੇ ਨੇ। ਦੋ ਤਰ੍ਹਾਂ ਦਾ ਦ੍ਰਿਸ਼ਟੀਕੋਣ ਆ, ਇੱਕ ਪਰੰਪਰਾਵਾਦੀ ਦ੍ਰਿਸ਼ਟੀਕੋਣ ਆ, ਇੱਕ ਆਧੁਨਿਕ ਦ੍ਰਿਸ਼ਟੀਕੋਣ ਆ। ਪਰੰਪਰਾਵਾਦੀ ਦਾ ਮਤਲਬ ਆ ਪੁਰਾਣਾ, ਯਾਨੀ ਕਿ ਪੁਰਾਣੇ ਵਿਦਵਾਨ ਜਿਹੜੇ ਆ ਉਹ ਪੋਲੀਟੀਕਲ ਸਾਇੰਸ ਦੇ ਵਿੱਚ ਕਿਹੜੀ ਚੀਜ਼ ਦੀ ਸਟੱਡੀ ਕਰਦੇ ਸੀਗੇ। ਜਿਵੇਂ ਕਿ ਪ੍ਰਸਿੱਧ ਵਿਦਵਾਨ ਗਾਰਨਰ ਦੇ ਅਨੁਸਾਰ ਰਾਜਨੀਤੀ ਸ਼ਾਸਤਰ ਦਾ ਆਰੰਭ ਅਤੇ ਅੰਤ ਰਾਜ ਨਾਲ ਹੁੰਦਾ ਹੈ। ਸੋ ਗਾਰਨਰ ਦੇ ਅਕੋਰਡਿੰਗਲੀ ਪੋਲੀਟਿਕਸ ਜਿਹੜੀ ਕਾਹਦੀ ਸਟੱਡੀ ਆ? ਸਟੇਟ ਦੀ, ਯਾਨੀ ਕਿ ਰਾਜਨੀਤੀ ਸ਼ਾਸਤਰ ਦਾ ਆਰੰਭ ਅਤੇ ਅੰਤ ਰਾਜ ਨਾਲ ਹੁੰਦਾ ਹੈ। ਯਾਨੀ ਕਿ ਪੋਲੀਟੀਕਲ ਸਾਇੰਸ ਸਟੇਟ ਦੇ ਨਾਲ ਹੀ ਸ਼ੁਰੂ ਹੁੰਦੀ ਹੈ ਅਤੇ ਸਟੇਟ ਦੇ ਨਾਲ ਹੀ ਖਤਮ ਹੁੰਦੀ ਹੈ। ਯਾਨੀ ਕਿ ਪੋਲੀਟੀਕਲ ਸਾਇੰਸ ਦੀ ਸਟੱਡੀ ਜਿਹੜੀ ਆ ਉਹ ਰਾਜ ਦੇ ਆਲੇ ਦੁਆਲੇ ਘੁੰਮਦੀ ਆ ਕਿ ਰਾਜ ਦਾ ਸਰੂਪ ਕਿਹੋ ਜਿਹਾ ਆ, ਰਾਜ ਦੇ ਕੰਮ ਕਿਹੋ ਜਿਹੇ ਨੇ, ਰਾਜ ਦੇ ਉਦੇਸ਼ ਕੀ ਨੇ। ਸੋ ਇਹਨਾਂ ਚੀਜ਼ਾਂ ਦੀ ਸਟੱਡੀ ਜਿਹੜੀ ਕੀਤੀ ਜਾਂਦੀ ਸੀ। ਸੋ ਇਸ ਤਰੀਕੇ ਨਾਲ ਪੁਰਾਣੇ ਵਿਦਵਾਨ ਜਿਹੜੇ ਸੀਗੇ, ਜਿਹਦੇ ਵਿੱਚ ਗਾਰਨਰ ਨੇ ਰਾਜ ਨੂੰ ਹੀ ਰਾਜਨੀਤੀ ਦਾ ਕੇਂਦਰ ਬਿੰਦੂ ਰੱਖਿਆ ਸੀ। ਗਾਰਨਰ ਦੇ ਅਨੁਸਾਰ ਰਾਜਨੀਤੀ ਦਾ ਕੇਂਦਰ ਬਿੰਦੂ ਰਾਜ ਸੀ ਅਤੇ ਸਾਰੀ ਸਟੱਡੀ ਜਿਹੜੀ ਆ ਉਹ ਰਾਜ ਦੇ ਆਲੇ ਦੁਆਲੇ ਘੁੰਮਦੀ ਸੀ। ਇੱਕ ਹੋਰ ਵਿਦਵਾਨ ਹੈ ਲੀਕੌਕ, ਜਿਹਦੇ ਅਨੁਸਾਰ ਰਾਜਨੀਤੀ ਸ਼ਾਸਤਰ ਸਰਕਾਰ ਨਾਲ ਸੰਬੰਧਿਤ ਹੈ, ਯਾਨੀ ਕਿ ਪੋਲੀਟਿਕਸ ਜਿਹੜੀ ਆ ਉਹ ਕਾਹਦੀ ਸਟੱਡੀ ਆ? ਗਵਰਨਮੈਂਟ ਦੀ। ਸੋ ਲੀਕੌਕ ਦੇ ਅਨੁਸਾਰ ਰਾਜਨੀਤੀ ਸ਼ਾਸਤਰ ਜਿਹੜਾ ਆ ਉਹ ਸਰਕਾਰ ਨਾਲ ਸੰਬੰਧਿਤ ਹੈ, ਯਾਨੀ ਕਿ ਪੋਲੀਟੀਕਲ ਸਾਇੰਸ ਦੇ ਵਿੱਚ ਗਵਰਨਮੈਂਟ ਨਾਲ ਸੰਬੰਧਿਤ ਸਟੱਡੀ ਜਿਹੜੀ ਕੀਤੀ ਜਾਂਦੀ ਸੀ ਕਿ ਸਰਕਾਰ ਦਾ ਸਰੂਪ ਕੀ ਹੈ, ਸਰਕਾਰ ਕੀ ਕੰਮ ਕਰਦੀ ਹੈ, ਸਰਕਾਰ ਕਿਸ ਤਰੀਕੇ ਨਾਲ ਕੰਮ ਕਰਦੀ ਹੈ, ਅਤੇ ਵਿਅਕਤੀ ਅਤੇ ਰਾਜ ਦੇ ਸੰਬੰਧ ਕਿਸ ਤਰ੍ਹਾਂ ਦੇ ਨੇ। ਸੋ ਇਸ ਕਰਕੇ ਸਾਰੀ ਸਟੱਡੀ ਜਿਹੜੀ ਹੈ ਪੋਲੀਟੀਕਲ ਸਾਇੰਸ ਦੀ ਉਹ ਸਰਕਾਰ ਦੇ ਆਲੇ ਦੁਆਲੇ ਘੁੰਮਦੀ ਸੀ। ਜੇਕਰ ਅਸੀਂ ਆਧੁਨਿਕ ਦ੍ਰਿਸ਼ਟੀਕੋਣ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਡੇਵਿਡ ਈਸਟਨ ਅਤੇ ਰੋਬਰਟ ਡਾਹਲ, ਇਹ ਦੋ ਡੈਫੀਨੇਸ਼ਨਸ ਅਸੀਂ ਕਰਨੀਆਂ ਨੇ। ਡੇਵਿਡ ਈਸਟਨ ਦੇ ਅਨੁਸਾਰ ਰਾਜਨੀਤੀ ਸ਼ਾਸਤਰ ਕਦਰਾਂ ਕੀਮਤਾਂ ਦੇ ਪ੍ਰਭੂਤਾਪੂਰਨ ਨਿਰਧਾਰਨ ਦਾ ਅਧਿਐਨ ਹੈ। ਸੋ ਆਧੁਨਿਕ ਵਿਦਵਾਨ ਜਿਹੜੇ ਨੇ, ਜਿਹਦੇ ਵਿੱਚ ਡੇਵਿਡ ਈਸਟਨ ਬੜਾ ਇੱਕ ਫੇਮਸ ਪੋਲੀਟੀਕਲ ਸਾਇੰਟਿਸਟ ਆ, ਉਹਦੇ ਅਨੁਸਾਰ ਪੋਲੀਟੀਕਲ ਸਾਇੰਸ ਜਿਹੜਾ ਆ ਉਹ ਕੀ ਆ? ਅਥੋਰੀਟੇਟਿਵ ਐਲੋਕੇਸ਼ਨ ਆਫ ਵੈਲਿਊਜ਼, ਯਾਨੀ ਕਿ ਕਦਰਾਂ ਕੀਮਤਾਂ ਦੇ ਪ੍ਰਭੂਤਾਪੂਰਨ ਨਿਰਧਾਰਨ ਦਾ ਅਧਿਐਨ। ਸੋ ਇੱਥੇ ਕਦਰਾਂ ਕੀਮਤਾਂ ਦਾ ਮਤਲਬ ਕੀ ਆ? ਪੋਲੀਟੀਕਲ ਸਾਇੰਸ ਦੇ ਵਿੱਚ ਇਹਨੂੰ ਰੂਲਸ ਜਾਂ ਨੀਤੀਆਂ ਜਾਂ ਕਾਨੂੰਨ ਕਹਿ ਸਕਦੇ ਆ। ਉਹਨਾਂ ਕਾਨੂੰਨਾਂ ਜਾਂ ਨੀਤੀਆਂ ਦੇ ਪ੍ਰਭੂਤਾਪੂਰਨ ਨਿਰਧਾਰਨ ਦਾ ਅਧਿਐਨ। ਪ੍ਰਭੂਤਾਪੂਰਨ ਕੀ ਹੈ? ਅਥੋਰੀਟੇਟਿਵ, ਯਾਨੀ ਕਿ ਜਿਹੜੀ ਸਰਕਾਰ ਕਾਨੂੰਨ ਬਣਾ ਰਹੀ ਹੈ ਉਹਦੇ ਕੋਲ ਅਥੋਰਿਟੀ ਆ ਉਹਨਾਂ ਕਾਨੂੰਨਾਂ ਨੂੰ ਬਣਾਉਣ ਦੀ। ਸੋ ਇਸ ਕਰਕੇ ਸਰਕਾਰ ਜਿਹੜੀ ਹੈ ਉਹਨੇ ਆਪਣੀ ਸੱਤਾ ਜਿਹੜੀ ਹੈ ਉਹ ਪ੍ਰਾਪਤ ਕੀਤੀ ਹੈ, ਜੈਨੂਇਨ ਆ, ਅਤੇ ਉਹਦੇ ਕੋਲ ਕਾਨੂੰਨ ਬਣਾਉਣ ਦੀ ਸ਼ਕਤੀ ਜਿਹੜੀ ਉਹਨੂੰ ਸੌਂਪੀ ਗਈ ਆ ਅਤੇ ਉਸ ਸ਼ਕਤੀ ਦਾ ਪ੍ਰਯੋਗ ਕਰਕੇ ਉਹ ਕਾਨੂੰਨ ਅਤੇ ਨੀਤੀਆਂ ਬਣਾਉਂਦੀ ਆ ਅਤੇ ਉਹਨਾਂ ਪੋਲਿਸੀਜ਼ ਨੂੰ, ਉਹਨਾਂ ਨੀਤੀਆਂ ਨੂੰ ਇੰਪਲੀਮੈਂਟ ਕਰਦੀ ਹੈ। ਇੱਕ ਹੋਰ ਵਿਦਵਾਨ ਰੋਬਰਟ ਡਾਹਲ ਆ, ਉਹਦੇ ਅਕੋਰਡਿੰਗਲੀ ਰਾਜਨੀਤਿਕ ਵਿਸ਼ਲੇਸ਼ਣ ਦਾ ਸੰਬੰਧ ਸ਼ਕਤੀ, ਸ਼ਾਸਨ ਅਤੇ ਸੱਤਾ ਨਾਲ ਹੈ। ਯਾਨੀ ਕਿ ਜਦੋਂ ਅਸੀਂ ਪੋਲੀਟਿਕਸ ਦੀ ਗੱਲ ਕਰਦੇ ਹਾਂ, ਪੋਲੀਟੀਕਲ ਸਾਇੰਸ ਦੀ ਗੱਲ ਕਰਦੇ ਹਾਂ, ਤਾਂ ਇਹਦਾ ਸੰਬੰਧ ਕਿਹਦੇ ਨਾਲ ਆ?
ਪਾਵਰ ਦੇ ਨਾਲ, ਰੂਲ ਦੇ ਨਾਲ, ਅਥਾਰਟੀ ਨਾਲ। ਸੋ ਰੋਬਰਟ ਡਾਲ ਦੇ ਅਕੋਰਡਿੰਗਲੀ ਪੋਲੀਟੀਕਲ ਅਨਾਲਿਸਿਸ ਜਿਹੜਾ ਆ, ਯਾਨੀ ਕਿ ਜਦੋਂ ਵੀ ਅਸੀਂ ਪੋਲੀਟਿਕਸ ਦੀ ਗੱਲ ਕਰਦੇ ਹਾਂ ਤੇ ਪੋਲੀਟਿਕਸ ਜਿਹੜੀ ਆ ਉਹਨੂੰ ਅਸੀਂ ਸੱਤਾ ਨਾਲ, ਸ਼ਕਤੀ ਨਾਲ ਜਾਂ ਸ਼ਾਸਨ ਦੇ ਨਾਲ ਜੋੜ ਕੇ ਵੇਖਦੇ ਹਾਂ। ਯਾਨੀ ਕਿ ਕੋਈ ਵੀ ਐਕਟੀਵਿਟੀ ਜਿਹਦੇ ਵਿੱਚ ਸ਼ਕਤੀ ਇਨਵੋਲਵ ਆ, ਸੱਤਾ ਇਨਵੋਲਵ ਆ, ਸ਼ਾਸਨ ਇਨਵੋਲਵ ਆ, ਉਹ ਐਕਟੀਵਿਟੀ ਜਿਹੜੀ ਆ ਉਹਨੂੰ ਅਸੀਂ ਪੋਲੀਟੀਕਲ ਐਕਟੀਵਿਟੀ ਦਾ ਨਾਂ ਦੇ ਸਕਦੇ ਹਾਂ ਜਾਂ ਉਹਦਾ ਸੰਬੰਧ ਰਾਜਨੀਤੀ ਨਾਲ ਆ। ਸੋ ਕੋਈ ਵੀ ਗਤੀਵਿਧੀ ਜਿਹਦਾ ਸੰਬੰਧ ਸ਼ਕਤੀ, ਸ਼ਾਸਨ ਜਾਂ ਸੱਤਾ ਨਾਲ ਆ, ਉਸ ਗਤੀਵਿਧੀ ਨੂੰ ਅਸੀਂ ਰਾਜਨੀਤਿਕ ਗਤੀਵਿਧੀ ਕਹਾਂਗੇ। ਸੋ ਇਹ ਸੀਗੇ ਦੋਨਾਂ ਤਰ੍ਹਾਂ ਦੇ ਸਕੂਲ ਆਫ ਥਾਟਸ, ਯਾਨੀ ਕਿ ਦੋਹਾਂ ਤਰ੍ਹਾਂ ਦੇ ਦ੍ਰਿਸ਼ਟੀਕੋਣ, ਪਰੰਪਰਾਵਾਦੀ ਤੇ ਆਧੁਨਿਕ, ਦੋਨਾਂ ਦ੍ਰਿਸ਼ਟੀਕੋਣਾਂ ਦੇ ਦੋ ਜਿਹੜੇ ਵਿਦਵਾਨ ਨੇ ਉਹਨਾਂ ਦੀਆਂ ਡੈਫੀਨੇਸ਼ਨਸ ਅਸੀਂ ਕੀਤੀਆਂ ਨੇ। ਸੋ ਇਸ ਤਰੀਕੇ ਨਾਲ ਜੇਕਰ ਅਸੀਂ ਇਹਨੂੰ ਸਮ ਅਪ ਕਰੀਏ, ਦੋਨਾਂ ਦ੍ਰਿਸ਼ਟੀਕੋਣਾਂ ਨੂੰ, ਦੋਨੋਂ ਸਕੂਲ ਆਫ ਥਾਟਸ ਨੂੰ, ਯਾਨੀ ਕਿ ਪਰੰਪਰਾਵਾਦੀ ਤੇ ਆਧੁਨਿਕ ਦ੍ਰਿਸ਼ਟੀਕੋਣ ਦੇ ਅਨੁਸਾਰ ਰਾਜਨੀਤੀ ਸ਼ਾਸਤਰ ਦਾ ਅਰਥ ਕੀ ਹੋਇਆ। ਜੇਕਰ ਅਸੀਂ ਪਰੰਪਰਾਵਾਦੀ ਦ੍ਰਿਸ਼ਟੀਕੋਣ ਦੀ ਗੱਲ ਕਰੀਏ ਜਾਂ ਅਸੀਂ ਜਿਹੜੀਆਂ ਦੋਨੋਂ ਡੈਫੀਨੇਸ਼ਨਸ ਕੀਤੀਆਂ ਨੇ ਉਹਨਾਂ ਤੋਂ ਕੀ ਸਿੱਟਾ ਨਿਕਲ ਕੇ ਸਾਹਮਣੇ ਆਉਂਦਾ ਆ ਕਿ ਰਾਜਨੀਤੀ ਸ਼ਾਸਤਰ ਦਾ ਸੰਬੰਧ ਕਿਹਦੇ ਨਾਲ ਆ, ਰਾਜ ਨਾਲ, ਜਾਂ ਰਾਜਨੀਤੀ ਸ਼ਾਸਤਰ ਦਾ ਸੰਬੰਧ ਕਿਹਦੇ ਨਾਲ ਆ, ਸਰਕਾਰ ਨਾਲ, ਜਾਂ ਰਾਜਨੀਤੀ ਸ਼ਾਸਤਰ ਦਾ ਸੰਬੰਧ ਰਾਜ ਅਤੇ ਸਰਕਾਰ ਨਾਲ ਆ। ਸੋ ਕਹਿਣ ਦਾ ਮਤਲਬ ਆ ਕਿ ਪਰੰਪਰਾਵਾਦੀ ਜਾਂ ਪੁਰਾਣੇ ਵਿਦਵਾਨਾਂ ਦੇ ਅਨੁਸਾਰ ਪੋਲੀਟੀਕਲ ਸਾਇੰਸ ਦੀ ਸਟੱਡੀ ਜਿਹੜੀ ਆ ਉਹ ਸਟੇਟ ਅਤੇ ਗਵਰਨਮੈਂਟ ਦੇ ਆਲੇ ਦੁਆਲੇ ਘੁੰਮਦੀ ਹੈ। ਦੂਸਰੇ ਪਾਸੇ ਆਧੁਨਿਕ ਦ੍ਰਿਸ਼ਟੀਕੋਣ ਜਿਹੜਾ ਆ ਉਹਦੇ ਅਕੋਰਡਿੰਗਲੀ ਪੋਲੀਟੀਕਲ ਸਾਇੰਸ ਕੀ ਆ ਕਿ ਰਾਜਨੀਤਿਕ ਗਤੀਵਿਧੀ ਜਾਂ ਪ੍ਰਕਿਰਿਆ ਹੈ ਜਿਸ ਵਿੱਚ ਸ਼ਕਤੀ ਲਈ ਸੰਘਰਸ਼, ਪ੍ਰਭਾਵ ਦਾ ਪ੍ਰਯੋਗ ਅਤੇ ਫੈਸਲਿਆਂ ਦੇ ਪ੍ਰਭੂਤਾਪੂਰਨ ਨਿਰਧਾਰਨ ਆਦਿ ਨਾਲ ਸੰਬੰਧਿਤ ਗਤੀਵਿਧੀਆਂ ਸ਼ਾਮਲ ਹਨ। ਯਾਨੀ ਕਿ ਪੋਲੀਟੀਕਲ ਸਾਇੰਸ ਕੀ ਆ, ਇੱਕ ਪ੍ਰੋਸੈਸ ਆ, ਇੱਕ ਐਕਟੀਵਿਟੀ ਆ ਜਿਹਦੇ ਵਿੱਚ ਸ਼ਕਤੀ ਵਾਸਤੇ ਸੰਘਰਸ਼ ਜਾਂ ਪ੍ਰਭਾਵ ਦਾ ਪ੍ਰਯੋਗ ਅਤੇ ਫੈਸਲਿਆਂ ਦੇ ਪ੍ਰਭੂਤਾਪੂਰਨ ਨਿਰਧਾਰਨ ਨਾਲ ਸੰਬੰਧਿਤ ਜਿੰਨੀਆਂ ਵੀ ਗਤੀਵਿਧੀਆਂ ਨੇ ਉਹ ਸਾਰੀਆਂ ਗਤੀਵਿਧੀਆਂ ਜਿਹੜੀਆਂ ਨੇ ਉਹਨਾਂ ਨੂੰ ਅਸੀਂ ਪੋਲੀਟੀਕਲ ਸਾਇੰਸ ਦੇ ਵਿੱਚ ਸ਼ਾਮਲ ਕਰਦੇ ਹਾਂ। ਇਹ ਤੋਂ ਇਲਾਵਾ ਰਾਜਨੀਤੀ ਸ਼ਾਸਤਰ ਇਹਨਾਂ ਸਾਰੀਆਂ ਰਾਜਨੀਤਿਕ ਗਤੀਵਿਧੀਆਂ ਅਤੇ ਵਿਅਕਤੀ ਦੇ ਵਾਸਤਵਿਕ ਰਾਜਨੀਤਿਕ ਵਿਵਹਾਰ ਨਾਲ ਵੀ ਸੰਬੰਧਿਤ ਹੈ। ਯਾਨੀ ਕਿ ਇਹਨਾਂ ਐਕਟੀਵਿਟੀਜ਼ ਤੋਂ ਇਲਾਵਾ ਪੋਲੀਟੀਕਲ ਸਾਇੰਸ ਹੋਰ ਕਾਹਦੇ ਨਾਲ ਸੰਬੰਧਿਤ ਆ, ਵਿਅਕਤੀ ਦੇ ਵਿਵਹਾਰ ਨਾਲ। ਯਾਨੀ ਕਿ ਵਿਅਕਤੀ ਦਾ ਬਿਹੇਵੀਅਰ ਜਿਹੜਾ ਆ ਜਦੋਂ ਤੱਕ ਅਸੀਂ ਸਟੱਡੀ ਨਹੀਂ ਕਰਦੇ ਉਦੋਂ ਤੱਕ ਅਸੀਂ ਕਿਸੇ ਸਾਰਥਕ ਨਤੀਜੇ 'ਤੇ ਨਹੀਂ ਪਹੁੰਚ ਸਕਦੇ। ਸੋ ਇਸ ਕਰਕੇ ਪੋਲੀਟੀਕਲ ਸਾਇੰਸ ਜਿਹੜੀ ਆ ਉਹ ਹਿਊਮਨ ਬਿਹੇਵੀਅਰ ਨਾਲ ਵੀ ਡੀਲ ਕਰਦੀ ਹੈ। ਸੋ ਕਹਿਣ ਦਾ ਮਤਲਬ ਇਹ ਵੀ ਕੋਈ ਵੀ ਐਕਟੀਵਿਟੀ ਜਿਹਦਾ ਸੰਬੰਧ ਸ਼ਕਤੀ ਨਾਲ ਆ, ਸ਼ਾਸਨ ਨਾਲ ਆ, ਸੱਤਾ ਨਾਲ ਆ, ਅਤੇ ਉਸ ਤੋਂ ਇਲਾਵਾ ਵਿਅਕਤੀ ਦਾ ਵਿਵਹਾਰ ਜਿਹੜਾ ਆ ਉਹਦੀ ਸਟੱਡੀ ਵੀ ਪੋਲੀਟੀਕਲ ਸਾਇੰਸ ਦੇ ਵਿੱਚ ਕੀਤੀ ਜਾਂਦੀ ਆ ਕਿਉਂਕਿ ਵਿਅਕਤੀ ਦਾ ਵਿਵਹਾਰ ਜਿਹੜਾ ਪਰਿਵਰਤਨਸ਼ੀਲ ਆ। ਇਸ ਕਰਕੇ ਜਦੋਂ ਤੱਕ ਅਸੀਂ ਵਿਅਕਤੀ ਦੇ ਬਿਹੇਵੀਅਰ ਨੂੰ ਅੰਡਰਸਟੈਂਡ ਨਹੀਂ ਕਰਦੇ ਅਸੀਂ ਰਾਜਨੀਤੀ ਨੂੰ ਨਹੀਂ ਸਮਝ ਸਕਦੇ। ਸੋ ਇਸ ਕਰਕੇ ਵਿਅਕਤੀ ਦਾ ਬਿਹੇਵੀਅਰ ਜਿਹੜਾ ਉਹਨੂੰ ਅੰਡਰਸਟੈਂਡ ਕਰਨਾ ਬੜਾ ਜ਼ਰੂਰੀ ਆ ਕਿਉਂਕਿ ਸਾਰੀਆਂ ਐਕਟੀਵਿਟੀਜ਼ ਜਿਹੜੀਆਂ ਨੇ ਉਹ ਵਿਅਕਤੀ ਦੇ ਪੋਲੀਟੀਕਲ ਬਿਹੇਵੀਅਰ ਦੇ ਨਾਲ ਲਿੰਕਡ ਆ। ਵਿਅਕਤੀ ਦੇ ਬਿਹੇਵੀਅਰ ਨੂੰ ਜੇਕਰ ਅਸੀਂ ਅੰਡਰਸਟੈਂਡ ਕਰ ਲਵਾਂਗੇ ਤਾਂ ਅਸੀਂ ਰਾਜਨੀਤੀ ਨੂੰ ਸਮਝ ਲਵਾਂਗੇ। ਸੋ ਅੱਗੇ ਆ ਜਾਂਦਾ ਹੈ ਰਾਜਨੀਤੀ ਸ਼ਾਸਤਰ ਦਾ ਖੇਤਰ। ਖੇਤਰ ਦਾ ਮਤਲਬ ਆ ਵੀ ਅਸੀਂ ਕਿਹੜੀ ਚੀਜ਼ ਦੀ ਸਟੱਡੀ ਜਿਹੜੀ ਆ ਅਸੀਂ ਪੋਲੀਟੀਕਲ ਸਾਇੰਸ ਦੇ ਵਿੱਚ ਕਰਦੇ ਹਾਂ ਉਹ ਸਾਰਾ ਕੁਝ ਇਹਦੇ ਖੇਤਰ ਵਿੱਚ ਆ ਜਾਂਦਾ ਹੈ। ਸੋ ਜੇਕਰ ਇਸ ਤਰੀਕੇ ਨਾਲ ਵੇਖੀਏ ਤਾਂ ਪੋਲੀਟੀਕਲ ਸਾਇੰਸ ਦਾ ਖੇਤਰ ਬਹੁਤ ਜ਼ਿਆਦਾ ਵਿਆਪਕ ਆ ਕਿਉਂਕਿ ਅੱਜ ਦੇ ਸਮੇਂ 'ਤੇ ਅਸੀਂ ਦੇਖਦੇ ਹਾਂ ਵੀ ਕੋਈ ਵੀ ਸੰਗਠਨ ਜਾਂ ਕੋਈ ਵੀ ਗਤੀਵਿਧੀ ਜਿਹੜੀ ਆ ਚਾਹੇ ਕਿਸੇ ਵਿਅਕਤੀ ਦੀ ਆ ਚਾਹੇ ਕਿਸੇ ਸੰਗਠਨ ਦੀ ਆ, ਕੋਈ ਵੀ ਗਤੀਵਿਧੀ ਜਿਹਦਾ ਸੰਬੰਧ ਸੱਤਾ ਨਾਲ ਆ, ਸ਼ਕਤੀ ਨਾਲ ਆ ਜਾਂ ਪੋਲੀਟੀਕਲ ਸਿਸਟਮ ਦੀ ਵਰਕਿੰਗ ਨੂੰ ਪ੍ਰਭਾਵਿਤ ਕਰਦੀ ਹੈ ਜਿਹੜੀ ਵੀ ਗਤੀਵਿਧੀ ਉਹਦਾ ਅਧਿਐਨ ਅਸੀਂ ਪੋਲੀਟੀਕਲ ਸਾਇੰਸ ਦੇ ਵਿੱਚ ਕਰਦੇ ਹਾਂ। ਸੋ ਇਸ ਤਰੀਕੇ ਨਾਲ ਪੋਲੀਟੀਕਲ ਸਾਇੰਸ ਦਾ ਖੇਤਰ ਜਿਹੜਾ ਕਾਫੀ ਵਿਆਪਕ ਹੋ ਜਾਂਦਾ ਆ। ਸੋ ਪਹਿਲਾ ਜਿਹੜਾ ਹੈਗਾ ਆ ਰਾਜ ਦਾ ਅਧਿਐਨ, ਯਾਨੀ ਕਿ ਪੋਲੀਟੀਕਲ ਸਾਇੰਸ ਦਾ ਜਿਹੜਾ ਅਧਿਐਨ ਆ ਉਹ ਰਾਜ ਦੇ ਅਧਿਐਨ ਤੋਂ ਬਿਨਾਂ ਅਧੂਰਾ ਆ। ਜਦੋਂ ਤੱਕ ਅਸੀਂ ਰਾਜ ਦੀ ਸਟੱਡੀ ਨਹੀਂ ਕਰਦੇ, ਜਦੋਂ ਤੱਕ ਅਸੀਂ ਰਾਜ ਦਾ ਕਨਸੈਪਟ ਜਿਹੜਾ ਉਹਨੂੰ ਅੰਡਰਸਟੈਂਡ ਨਹੀਂ ਕਰਦੇ ਸਾਡੀ ਪੋਲੀਟੀਕਲ ਸਾਇੰਸ ਦੀ ਜਿਹੜੀ ਸਟੱਡੀ ਆ ਉਹ ਅਧੂਰੀ ਹੈ। ਸੋ ਰਾਜ ਦੇ ਵਿੱਚ ਅਸੀਂ ਰਾਜ ਦੇ 3 ਆਸਪੈਕਟ ਨੇ, ਰਾਜ ਦੇ ਭੂਤਕਾਲ ਦਾ ਅਧਿਐਨ, ਰਾਜ ਦੇ ਵਰਤਮਾਨ ਦਾ ਅਧਿਐਨ ਅਤੇ ਰਾਜ ਦੇ ਭਵਿੱਖ ਦਾ ਅਧਿਐਨ। ਰਾਜ ਦੇ ਭੂਤਕਾਲ ਦਾ ਅਧਿਐਨ ਦਾ ਅਰਥ ਕੀ ਆ ਕਿ ਰਾਜ ਦਾ ਪਾਸਟ ਕੀ ਆ, ਯਾਨੀ ਕਿ ਪੁਰਾਣੇ ਸਮੇਂ ਦੇ ਵਿੱਚ ਰਾਜ ਕਿੱਦਾਂ ਦਾ ਸੀ, ਉਹਦਾ ਸਰੂਪ ਕਿੱਦਾਂ ਦਾ ਸੀ, ਉਹਦੇ ਕੰਮ ਕਿੱਦਾਂ ਦੇ ਸੀ, ਉਹਦੇ ਉਦੇਸ਼ ਕਿੱਦਾਂ ਦੇ ਸੀ। ਸੋ ਜਦੋਂ ਤੱਕ ਅਸੀਂ ਰਾਜ ਦੇ ਪਾਸਟ ਦੀ ਸਟੱਡੀ ਨਹੀਂ ਕਰਦੇ ਅਸੀਂ ਰਾਜ ਨੂੰ ਅੰਡਰਸਟੈਂਡ ਨਹੀਂ ਕਰ ਸਕਦੇ ਵੀ ਰਾਜ ਕੀ ਹੈਗਾ। ਫਿਰ ਰਾਜ ਦੇ ਵਰਤਮਾਨ ਦਾ ਅਧਿਐਨ ਕੀ, ਯਾਨੀ ਕਿ ਅੱਜ ਦੇ ਸਮੇਂ 'ਤੇ ਰਾਜ ਦਾ ਸਰੂਪ ਕਿੱਦਾਂ ਦਾ ਹੈ, ਰਾਜ ਦੇ ਕੰਮ ਕੀ ਨੇ, ਰਾਜ ਦੇ ਉਦੇਸ਼ ਕੀ ਨੇ, ਰਾਜ ਦੀ ਪ੍ਰਕਿਰਤੀ ਕੀ ਹੈ। ਸੋ ਰਾਜ ਦੇ ਵਰਤਮਾਨ ਦੀ ਸਟੱਡੀ ਵੀ ਜਿਹੜੀ ਹੈ ਉਹ ਪੋਲੀਟੀਕਲ ਸਾਇੰਸ ਦੇ ਵਿੱਚ ਕੀਤੀ ਜਾਂਦੀ ਹੈ। ਤੀਸਰਾ ਰਾਜ ਦੇ ਭਵਿੱਖ ਦਾ ਅਧਿਐਨ, ਯਾਨੀ ਕਿ ਅਸੀਂ ਰਾਜ ਦੇ ਪਾਸਟ, ਰਾਜ ਦੇ ਪ੍ਰੈਜ਼ੈਂਟ ਅਤੇ ਰਾਜ ਦੇ ਫਿਊਚਰ ਦੀ ਗੱਲ ਕਰਦੇ ਹਾਂ ਵੀ ਭਵਿੱਖ ਦੇ ਵਿੱਚ ਰਾਜ ਕਿੱਦਾਂ ਦਾ ਹੋਣਾ ਚਾਹੀਦਾ ਹੈ। ਸੋ ਪੋਲੀਟੀਕਲ ਸਾਇੰਸ ਦੇ ਵਿੱਚ ਅਸੀਂ
ਰਾਜ ਦੇ ਫਿਊਚਰ ਦੀ ਗੱਲ ਵੀ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਰਾਜ ਕਿੱਦਾਂ ਦਾ ਹੋਣਾ ਚਾਹੀਦਾ ਆ, ਰਾਜ ਦੇ ਉਦੇਸ਼ ਕੀ ਹੋਣੇ ਚਾਹੀਦੇ ਆ, ਜਾਂ ਰਾਜ ਨੂੰ ਸਮੇਂ ਦੇ ਨਾਲ ਨਾਲ ਰਾਜ ਦੇ ਵਿੱਚ ਕਿੱਦਾਂ ਦੀਆਂ ਚੇਂਜਸ ਆਉਣੀਆਂ ਚਾਹੀਦੀਆਂ ਨੇ, ਕਿ ਆਉਣ ਵਾਲੇ ਸਮੇਂ ਦੇ ਵਿੱਚ ਰਾਜ ਨੂੰ ਕੀ ਕਰਨਾ ਚਾਹੀਦਾ ਆ, ਕਿੱਦਾਂ ਰਾਜ ਲੋਕਾਂ ਦੀ ਭਲਾਈ ਵਾਸਤੇ ਵਧੀਆ ਤਰੀਕੇ ਨਾਲ ਕੰਮ ਕਰ ਸਕਦਾ ਆ। ਸੋ ਇਹਦੇ ਵਿੱਚ ਅਸੀਂ ਰਾਜ ਦੇ ਭਵਿੱਖ ਦੀ ਗੱਲ ਕਰਦੇ ਹਾਂ ਵੀ ਭਵਿੱਖ ਦੇ ਵਿੱਚ ਰਾਜ ਦਾ ਸਰੂਪ ਕਿੱਦਾਂ ਦਾ ਹੋਣਾ ਚਾਹੀਦਾ ਹੈ। ਸੋ ਇਸ ਕਰਕੇ ਕੋਈ ਵੀ ਪੋਲੀਟੀਕਲ ਸਾਇੰਸ ਦੀ ਸਟੱਡੀ ਜਿਹੜੀ ਆ ਉਹ ਰਾਜ ਦੇ ਅਧਿਐਨ ਤੋਂ ਬਿਨਾਂ ਅਧੂਰੀ ਹੈ, ਜਿਹਦੇ ਵਿੱਚ ਰਾਜ ਦੇ ਪਾਸਟ, ਰਾਜ ਦੇ ਪ੍ਰੈਜ਼ੈਂਟ ਅਤੇ ਰਾਜ ਦੇ ਫਿਊਚਰ ਦੀ ਗੱਲ ਜਿਹੜੀ ਆ ਉਹ ਕੀਤੀ ਜਾਂਦੀ ਹੈ। ਸੈਕੰਡ ਪੁਆਇੰਟ ਆ ਜਾਂਦਾ ਸਰਕਾਰ ਦਾ ਅਧਿਐਨ, ਯਾਨੀ ਕਿ ਪੋਲੀਟੀਕਲ ਸਾਇੰਸ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਗਵਰਨਮੈਂਟ ਦੀ ਗੱਲ ਕਰਨੀ ਜਿਹੜੀ ਆ ਉਹ ਓਬਵੀਅਸ ਆ, ਯਾਨੀ ਕਿ ਸਰਕਾਰ ਦੇ ਅਧਿਐਨ ਤੋਂ ਬਿਨਾਂ ਵੀ ਪੋਲੀਟੀਕਲ ਸਾਇੰਸ ਦਾ ਅਧਿਐਨ ਜਿਹੜਾ ਅਧੂਰਾ ਆ। ਯਾਨੀ ਕਿ ਪੋਲੀਟੀਕਲ ਸਾਇੰਸ ਨੂੰ ਜੇਕਰ ਅਸੀਂ ਸਮਝਣਾ ਆ ਤਾਂ ਸਾਨੂੰ ਗਵਰਨਮੈਂਟ ਨੂੰ ਜਿਹੜਾ ਅੰਡਰਸਟੈਂਡ ਕਰਨਾ ਪਏਗਾ, ਕਿਉਂਕਿ ਰਾਜਨੀਤੀ ਜਿਹੜੀ ਸਰਕਾਰਾਂ ਦੇ ਆਲੇ ਦੁਆਲੇ ਘੁੰਮਦੀ ਹੈ। ਸੋ ਜਦੋਂ ਤੱਕ ਅਸੀਂ ਸਰਕਾਰ ਦਾ ਅਧਿਐਨ ਨਹੀਂ ਕਰਦੇ ਅਸੀਂ ਰਾਜਨੀਤੀ ਨੂੰ ਨਹੀਂ ਸਮਝ ਸਕਦੇ। ਸੋ ਪੋਲੀਟੀਕਲ ਸਾਇੰਸ ਦੇ ਵਿੱਚ ਇਸ ਕਰਕੇ ਸਾਡੇ ਵਾਸਤੇ ਜਾਣਨਾ ਜ਼ਰੂਰੀ ਹੋ ਜਾਂਦਾ ਆ ਵੀ ਸਰਕਾਰ ਦੇ ਅੰਗ ਕਿਹੜੇ ਕਿਹੜੇ ਨੇ ਅਤੇ ਕਿਹੜਾ ਅੰਗ ਜਿਹੜਾ ਆ ਉਹ ਕੀ ਕੰਮ ਕਰਦਾ ਆ। ਸਪੋਜ਼ ਜਿੱਦਾਂ ਸਰਕਾਰ ਦੇ 3 ਅੰਗ ਹੁੰਦੇ ਆ, ਕਾਰਜਪਾਲਿਕਾ, ਵਿਧਾਨਪਾਲਿਕਾ, ਨਿਆਂਪਾਲਿਕਾ। ਸੋ ਕਾਰਜਪਾਲਿਕਾ ਦਾ ਕੀ ਕੰਮ ਆ, ਵਿਧਾਨਪਾਲਿਕਾ ਦਾ ਕੀ ਕੰਮ ਆ, ਨਿਆਂਪਾਲਿਕਾ ਦਾ ਕੀ ਕੰਮ ਆ। ਸੋ ਫਿਰ ਉਹਨਾਂ ਦੀਆਂ ਕਿਸਮਾਂ, ਯਾਨੀ ਕਿ ਸਰਕਾਰ ਕਿਹੜੀ ਕਿਹੜੀ ਕਿਸਮ ਦੀ ਹੁੰਦੀ ਹੈ, ਜਿਵੇਂ ਕਿ ਤਾਨਾਸ਼ਾਹੀ ਸਰਕਾਰ ਹੋ ਸਕਦੀ ਆ, ਲੋਕਤੰਤਰੀ ਸਰਕਾਰ ਹੋ ਸਕਦੀ ਹੈ, ਜਾਂ ਕਿਸੇ ਹੋਰ ਕਿਸਮ ਦੀ। ਸੋ ਸਰਕਾਰ ਦੀਆਂ ਅਲੱਗ-ਅਲੱਗ ਕਿਸਮਾਂ ਹੁੰਦੀਆਂ ਨੇ। ਇਕਾਤਮਕ ਸਰਕਾਰ ਹੋ ਸਕਦੀ ਹੈ, ਸੰਘਾਤਮਕ ਸਰਕਾਰ ਹੋ ਸਕਦੀ ਹੈ। ਇਹ ਤੋਂ ਇਲਾਵਾ ਸਰਕਾਰ ਕੀ ਕੰਮ ਕਰਦੀ ਹੈ, ਕਿਸ ਤਰੀਕੇ ਨਾਲ ਕੰਮ ਕਰਦੀ ਹੈ, ਕਿਸ ਤਰੀਕੇ ਨਾਲ ਬਿੱਲ ਪਾਸ ਹੁੰਦਾ ਆ, ਕਿਸ ਤਰੀਕੇ ਨਾਲ ਉਹਨੂੰ ਲਾਗੂ ਕੀਤਾ ਜਾਂਦਾ ਹੈ। ਸੋ ਇਸ ਕਰਕੇ ਪੋਲੀਟੀਕਲ ਸਾਇੰਸ ਦੀ ਸਟੱਡੀ ਜਿਹੜੀ ਹੈ ਉਹ ਸਰਕਾਰਾਂ ਦੇ ਆਲੇ ਦੁਆਲੇ ਘੁੰਮਦੀ ਹੈ ਵੀ ਸਰਕਾਰਾਂ ਜਿਹੜੀਆਂ ਨੇ ਕਿਸ ਤਰੀਕੇ ਨਾਲ ਕੰਮ ਕਰਦੀਆਂ ਨੇ, ਕੀ ਕੰਮ ਕਰਦੀਆਂ ਨੇ, ਕਿੱਦਾਂ ਦੇ ਕਾਨੂੰਨ ਬਣਾਉਂਦੀਆਂ ਨੇ ਅਤੇ ਉਹਨਾਂ ਦਾ ਲੋਕਾਂ ਦੇ ਜੀਵਨ 'ਤੇ ਕੀ ਪ੍ਰਭਾਵ ਪੈਂਦਾ। ਸੋ ਇਸ ਕਰਕੇ ਪੋਲੀਟੀਕਲ ਸਾਇੰਸ ਦੇ ਵਿੱਚ ਅਸੀਂ ਸਰਕਾਰ ਦੇ ਅਧਿਐਨ ਨੂੰ ਸ਼ਾਮਲ ਕੀਤੇ ਬਿਨਾਂ ਸਾਡੀ ਪੋਲੀਟੀਕਲ ਸਾਇੰਸ ਦੀ ਸਟੱਡੀ ਜਿਹੜੀ ਹੈ ਉਹ ਕੰਪਲੀਟ ਨਹੀਂ ਹੋ ਸਕਦੀ। ਤੀਸਰਾ ਪੁਆਇੰਟ ਜਿਹੜਾ ਆ ਜਾਂਦਾ ਅੰਤਰਰਾਸ਼ਟਰੀ ਸੰਬੰਧਾਂ ਅਤੇ ਅੰਤਰਰਾਸ਼ਟਰੀ ਸੰਗਠਨਾਂ ਦਾ ਅਧਿਐਨ। ਸੋ ਪੋਲੀਟੀਕਲ ਸਾਇੰਸ ਦੇ ਵਿੱਚ ਅਸੀਂ ਅੰਤਰਰਾਸ਼ਟਰੀ ਜਿਹੜੇ ਸੰਗਠਨ ਆ ਉਹਨਾਂ ਦੀ ਸਟੱਡੀ ਵੀ ਸ਼ਾਮਲ ਕਰਦੇ ਹਾਂ। ਅੰਤਰਰਾਸ਼ਟਰੀ ਸੰਗਠਨ ਜਿਹੜੇ ਨੇ ਜਿਹੜੇ ਵੱਖ-ਵੱਖ ਦੇਸ਼ਾਂ ਦੁਆਰਾ ਮਿਲ ਕੇ ਬਣਾਏ ਗਏ ਨੇ, ਜਿੱਦਾਂ ਕਿ ਯੂਨਾਈਟਿਡ ਨੇਸ਼ਨਸ, ਯੂਨੈਸਕੋ, WTO ਜਿਹਨੂੰ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਕਹਿੰਦੇ ਆ, IMF ਜਿਹਨੂੰ ਇੰਟਰਨੈਸ਼ਨਲ ਮੋਨੀਟਰੀ ਫੰਡ ਕਹਿੰਦੇ, ਵਰਲਡ ਬੈਂਕ, ਫਿਰ ਆਸੀਅਨ ਜਿਹੜੇ ਖੇਤਰੀ ਸੰਗਠਨ ਆ ਜਿੱਦਾਂ ਐਸੋਸੀਏਸ਼ਨ ਆਫ ਸਾਊਥ ਈਸਟ ਏਸ਼ੀਅਨ ਨੇਸ਼ਨਸ, ਸਾਰਕ ਸਾਊਥ ਏਸ਼ੀਅਨ ਐਸੋਸੀਏਸ਼ਨ ਫॉर ਰੀਜਨਲ ਕੋਆਪਰੇਸ਼ਨ, ਫਿਰ G20, G8, G77, ਇਹ ਵੱਖ-ਵੱਖ ਕੰਟਰੀਜ਼ ਦੇ ਗਰੁੱਪ ਨੇ। ਸੋ ਕਹਿਣ ਦਾ ਮਤਲਬ ਆ ਕਿ ਇਹ ਵੱਖ-ਵੱਖ ਅੰਤਰਰਾਸ਼ਟਰੀ ਸੰਗਠਨ ਜਿਹੜੇ ਬਣੇ ਨੇ ਜਾਂ ਖੇਤਰੀ ਸੰਗਠਨ ਨੇ, ਇਹਨਾਂ ਦੀ ਸਟੱਡੀ ਵੀ ਪੋਲੀਟੀਕਲ ਸਾਇੰਸ 'ਚ ਕੀਤੀ ਜਾਂਦੀ ਆ। ਪਿਆਰੇ ਵਿਦਿਆਰਥੀਓ, ਤੁਸੀਂ ਜਿਵੇਂ ਜਿਵੇਂ ਹਾਇਰ ਕਲਾਸਿਸ ਦੇ ਵਿੱਚ ਜਾਓਗੇ ਅਤੇ ਇਹਨਾਂ ਜਿਹੜੀਆਂ ਇੰਟਰਨੈਸ਼ਨਲ ਆਰਗੇਨਾਈਜੇਸ਼ਨਸ ਆ ਜਾਂ ਜਿਹੜੇ ਖੇਤਰੀ ਸੰਗਠਨ ਆ ਜਿਹਨੂੰ ਰੀਜਨਲ ਆਰਗੇਨਾਈਜੇਸ਼ਨਸ ਕਹਿੰਦੇ ਆ, ਇਹਨਾਂ ਬਾਰੇ ਤੁਸੀਂ ਡਿਟੇਲ ਦੇ ਵਿੱਚ ਪੜ੍ਹੋਗੇ। ਸੋ ਕਹਿਣ ਦਾ ਮਤਲਬ ਇਹ ਆ ਵੀ ਬਹੁਤ ਸਾਰੇ ਅੰਤਰਰਾਸ਼ਟਰੀ ਅਤੇ ਜਿਹੜੇ ਖੇਤਰੀ ਸੰਗਠਨ ਨੇ ਜਿਹੜੇ ਕਿ ਵੱਖ-ਵੱਖ ਦੇਸ਼ਾਂ ਦੀ ਰਾਜਨੀਤੀ ਨੂੰ ਪ੍ਰਭਾਵਿਤ ਕਰਦੇ ਆ, ਉਹਨਾਂ ਦਾ ਅਧਿਐਨ ਵੀ ਪੋਲੀਟੀਕਲ ਸਾਇੰਸ ਦੇ ਵਿੱਚ ਕੀਤਾ ਜਾਂਦਾ ਹੈ। ਨੈਕਸਟ ਪੁਆਇੰਟ ਆ ਜਾਂਦਾ ਵਿਅਕਤੀ ਦੇ ਵਿਵਹਾਰ ਦਾ ਅਧਿਐਨ। ਸੋ ਜਿਵੇਂ ਕਿ ਪਹਿਲਾਂ ਵੀ ਗੱਲ ਕੀਤੀ ਹੈ ਕਿ ਪੋਲੀਟੀਕਲ ਸਾਇੰਸ ਦੀ ਸਟੱਡੀ ਜਿਹੜੀ ਆ ਉਹ ਵਿਅਕਤੀ ਦੇ ਬਿਹੇਵੀਅਰ ਨੂੰ ਅੰਡਰਸਟੈਂਡ ਕੀਤੇ ਬਿਨਾਂ ਇਨਕੰਪਲੀਟ ਆ। ਜਦੋਂ ਤੱਕ ਅਸੀਂ ਵਿਅਕਤੀ ਦੇ ਬਿਹੇਵੀਅਰ ਨੂੰ ਅੰਡਰਸਟੈਂਡ ਨਹੀਂ ਕਰਦੇ ਉਦੋਂ ਤੱਕ ਅਸੀਂ ਰਾਜਨੀਤੀ ਨੂੰ ਨਹੀਂ ਸਮਝ ਸਕਦੇ। ਸੋ ਕਿਉਂਕਿ ਵਿਅਕਤੀ ਦਾ ਬਿਹੇਵੀਅਰ ਜਿਹੜਾ ਆ ਪਰਿਵਰਤਨਸ਼ੀਲ ਆ, ਕਿਉਂਕਿ ਵਿਅਕਤੀ ਜਿਹੜਾ ਆ ਉਹ ਕੇਵਲ ਸਮਾਜਿਕ ਜੀਵ ਨਹੀਂ ਹੈ, ਬਲਕਿ ਵਿਅਕਤੀ ਜਿਹੜਾ ਆ ਉਹ ਇੱਕ ਰਾਜਨੀਤਿਕ ਜੀਵ ਵੀ ਆ ਜਿਹੜਾ ਰਾਜਨੀਤੀ ਵਿੱਚ ਸਰਗਰਮ ਭੂਮਿਕਾ ਨਿਭਾਉਂਦਾ ਆ। ਵਿਅਕਤੀ ਆਪਣੇ ਵੋਟ ਦੇ ਅਧਿਕਾਰ ਦਾ ਪ੍ਰਯੋਗ ਕਰਦਾ ਆ, ਵਿਅਕਤੀ ਚੋਣਾਂ ਲੜਦਾ ਆ, ਵੱਖ ਚੋਣ ਰੈਲੀਆਂ ਵਿੱਚ ਹਿੱਸਾ ਲੈਂਦਾ ਆ। ਵਿਅਕਤੀ ਜਿਹੜਾ ਆ ਉਹ ਸਰਕਾਰ ਦੀਆਂ ਨੀਤੀਆਂ ਦਾ ਵਿਸ਼ਲੇਸ਼ਣ ਕਰਦਾ ਆ। ਵਿਅਕਤੀ ਜਿਹੜਾ ਆ ਸਰਕਾਰ ਦੇ ਗਲਤ ਕੰਮਾਂ ਦੀ ਆਲੋਚਨਾ ਕਰਦਾ ਆ। ਵਿਅਕਤੀ ਸਰਕਾਰ ਦੇ ਗਲਤ ਕਾਨੂੰਨਾਂ ਖਿਲਾਫ ਧਰਨੇ ਜਾਂ ਪ੍ਰਦਰਸ਼ਨ ਵੀ ਕਰਦੇ ਨੇ। ਸੋ ਕਹਿਣ ਦਾ ਮਤਲਬ ਇਹ ਆ ਕਿ ਜਦੋਂ ਤੱਕ ਅਸੀਂ ਵਿਅਕਤੀ ਦੇ ਬਿਹੇਵੀਅਰ ਨੂੰ ਅੰਡਰਸਟੈਂਡ ਨਹੀਂ ਕਰਦੇ ਅਸੀਂ ਰਾਜਨੀਤੀ ਨੂੰ ਨਹੀਂ ਸਮਝ ਸਕਦੇ। ਸੋ ਕੋਈ ਵੀ ਗਤੀਵਿਧੀ ਜਿਹੜੀ ਆ ਉਹ ਲੋਕਾਂ ਦੇ ਨਾਲ ਜੁੜੀ ਹੋਈ ਹੁੰਦੀ ਆ। ਕੋਈ ਵੀ ਸਰਕਾਰ ਦੁਆਰਾ ਬਣਾਇਆ ਕਾਨੂੰਨ ਜਿਹੜਾ ਆ ਉਹ ਲੋਕਾਂ ਦੇ ਜੀਵਨ 'ਤੇ ਪ੍ਰਭਾਵ ਪਾਉਂਦਾ ਆ ਅਤੇ ਲੋਕ ਉਹਦੇ ਪ੍ਰਤੀ ਪ੍ਰਤੀਕਿਰਿਆ ਦਿੰਦੇ ਨੇ। ਸੋ ਇਸ ਕਰਕੇ ਵਿਅਕਤੀ ਦੇ ਬਿਹੇਵੀਅਰ ਨੂੰ ਅੰਡਰਸਟੈਂਡ ਕਰਨਾ ਜਿਹੜਾ ਆ ਉਹ ਪੋਲੀਟੀਕਲ ਸਾਇੰਸ ਦੇ ਵਿੱਚ ਸਾਡੇ ਵਾਸਤੇ ਜ਼ਰੂਰੀ ਹੋ ਜਾਂਦਾ ਹੈ। ਨੈਕਸਟ ਪੁਆਇੰਟ ਆ ਜਾਂਦਾ ਰਾਜਨੀਤਿਕ ਵਿਚਾਰਧਾਰਾਵਾਂ ਦਾ ਅਧਿਐਨ, ਯਾਨੀ ਕਿ
ਰਾਜਨੀਤੀ ਦੇ ਵਿੱਚ ਬਹੁਤ ਸਾਰੀਆਂ ਵਿਚਾਰਧਾਰਾਵਾਂ ਜਿਹੜੀਆਂ ਨੇ ਉਹ ਵਰਕ ਕਰਦੀਆਂ ਨੇ। ਵੱਖ-ਵੱਖ ਕੰਟਰੀਜ਼ ਜਿਹੜੇ ਆ ਉਹਨਾਂ ਨੇ ਵੱਖੋ ਵੱਖਰੀ ਵਿਚਾਰਧਾਰਾ ਅਪਣਾਈ ਆ, ਜਿੱਦਾਂ ਕਿ ਉਦਾਰਵਾਦੀ ਵਿਚਾਰਧਾਰਾ ਆ, ਮਾਰਕਸਵਾਦੀ ਵਿਚਾਰਧਾਰਾ, ਗਾਂਧੀਵਾਦੀ ਵਿਚਾਰਧਾਰਾ, ਨਾਜ਼ੀਵਾਦ, ਫਾਸੀਵਾਦ। ਸੋ ਕਹਿਣ ਦਾ ਮਤਲਬ ਇਹ ਬਹੁਤ ਸਾਰੀਆਂ ਵਿਚਾਰਧਾਰਾਵਾਂ ਜਿਹੜੀਆਂ ਨੇ ਉਹ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ ਵਿੱਚ ਪ੍ਰਚਲਿਤ ਆ, ਤੇ ਉਹ ਵਿਚਾਰਧਾਰਾਵਾਂ ਜੇਕਰ ਅਸੀਂ ਉਹਨਾਂ ਨੂੰ ਅੰਡਰਸਟੈਂਡ ਨਹੀਂ ਕਰਦੇ ਵੀ ਕਿਹੜੀ ਵਿਚਾਰਧਾਰਾ ਜਿਹੜੀ ਆ ਉਹਦੀਆਂ ਵਿਸ਼ੇਸ਼ਤਾਵਾਂ ਕੀ ਨੇ, ਯਾਨੀ ਕਿ ਜਿੱਦਾਂ ਹੁਣ ਉਦਾਰਵਾਦੀ ਵਿਚਾਰਧਾਰਾ ਆ ਉਹ ਵਿਅਕਤੀ ਦੇ ਅਧਿਕਾਰਾਂ ਦੀ ਗੱਲ ਕਰਦੀ ਹੈ, ਵਿਅਕਤੀ ਨੂੰ ਵੱਧ ਤੋਂ ਵੱਧ ਸੁਤੰਤਰਤਾ ਦੇਣ ਦੀ ਗੱਲ ਕਰਦੀ ਹੈ। ਸੋ ਇਸੇ ਤਰੀਕੇ ਨਾਲ ਵੱਖੋ ਵੱਖਰੀਆਂ ਵਿਚਾਰਧਾਰਾਵਾਂ ਜਿਹੜੀਆਂ ਨੇ ਪਹਿਲਾਂ ਉਹਨਾਂ ਨੂੰ ਅੰਡਰਸਟੈਂਡ ਕਰਨਾ ਸਾਡੇ ਵਾਸਤੇ ਜ਼ਰੂਰੀ ਹੋ ਜਾਂਦਾ ਆ ਕਿ ਉਹਨਾਂ ਦੀਆਂ ਵਿਸ਼ੇਸ਼ਤਾਵਾਂ ਕੀ ਨੇ, ਜਾਂ ਜਿਹੜੀ ਆਈਡੀਓਲੋਜੀ ਕਿਸੇ ਕੰਟਰੀ ਦੁਆਰਾ ਅਡੋਪਟ ਕੀਤੀ ਗਈ ਹੈ ਉਹਦੀਆਂ ਕਰੈਕਟਰਿਸਟਿਕਸ ਕੀ ਨੇ, ਉਹਦਾ ਲੋਕਾਂ ਦੇ ਉੱਪਰ ਕੀ ਇੰਪੈਕਟ ਆ, ਵਿਅਕਤੀ ਤੇ ਰਾਜ ਦੇ ਸੰਬੰਧ ਜਿਹੜੇ ਨੇ ਉਸ ਵਿਚਾਰਧਾਰਾ ਨਾਲ ਕਿਸ ਤਰੀਕੇ ਨਾਲ ਜੁੜੇ ਆ। ਸੋ ਇਸ ਕਰਕੇ ਵੱਖ-ਵੱਖ ਜਿਹੜੀਆਂ ਰਾਜਨੀਤਿਕ ਵਿਚਾਰਧਾਰਾਵਾਂ ਨੇ ਉਹਨਾਂ ਦੀ ਸਟੱਡੀ ਵੀ ਪੋਲੀਟੀਕਲ ਸਾਇੰਸ ਦੇ ਵਿੱਚ ਕੀਤੀ ਜਾਂਦੀ ਹੈ। ਨੈਕਸਟ ਆ ਜਾਂਦਾ ਸਮੂਹਾਂ ਅਤੇ ਸੰਸਥਾਵਾਂ ਦਾ ਅਧਿਐਨ, ਯਾਨੀ ਕਿ ਰਾਜਨੀਤੀ ਦੇ ਵਿੱਚ ਆਪਾਂ ਦੇਖਦੇ ਹਾਂ ਵੱਖੋ ਵੱਖਰੇ ਜਿਹੜੇ ਸਮੂਹ ਨੇ ਤੇ ਸੰਗਠਨ ਆ ਉਹ ਸਰਕਾਰ ਦੀ ਕਾਰਜ ਪ੍ਰਣਾਲੀ ਨੂੰ ਬੜੇ ਅਹਿਮ ਤਰੀਕੇ ਨਾਲ ਪ੍ਰਭਾਵਿਤ ਕਰਦੇ ਆ। ਹਰ ਕੰਟਰੀ ਦੇ ਵਿੱਚ ਕੋਈ ਨਾ ਕੋਈ ਦਬਾਓ ਸਮੂਹ ਹੁੰਦੇ ਆ, ਜਾਤੀ ਸੰਗਠਨ ਹੁੰਦੇ ਨੇ, ਮਜ਼ਦੂਰ ਸੰਗਠਨ ਹੁੰਦੇ ਆ, ਤੇ ਬਹੁਤ ਸਾਰੇ ਗੈਰ ਸਰਕਾਰੀ ਸੰਗਠਨ ਜਿਹੜੇ ਆ ਜਿਹਨੂੰ ਨਾਨ ਗਵਰਨਮੈਂਟਲ ਆਰਗੇਨਾਈਜੇਸ਼ਨਸ ਕਹਿੰਦੇ ਆ ਉਹ ਪ੍ਰਚਲਿਤ ਹੁੰਦੇ ਨੇ, ਉਹ ਉੱਥੇ ਐਗਜ਼ਿਸਟ ਕਰਦੇ ਆ, ਤੇ ਉਹ ਸਰਕਾਰ ਦੀ ਕਾਰਜ ਪ੍ਰਣਾਲੀ ਨੂੰ, ਸਰਕਾਰ ਦੀ ਵਰਕਿੰਗ ਨੂੰ ਬੜੇ ਅਹਿਮ ਤਰੀਕੇ ਨਾਲ ਪ੍ਰਭਾਵਿਤ ਕਰਦੇ ਆ। ਕਿਉਂਕਿ ਜਿੱਦਾਂ ਆਪਾਂ ਦੇਖਦੇ ਹਾਂ ਕਿ ਵੀ ਲੋਕਤੰਤਰ ਜਿਹੜਾ ਆ ਰਾਜਨੀਤਿਕ ਦਲਾਂ ਤੋਂ ਬਿਨਾਂ ਨਹੀਂ ਹੋ ਸਕਦਾ, ਉਸੇ ਤਰੀਕੇ ਨਾਲ ਲੋਕਤੰਤਰ ਦੇ ਵਿੱਚ ਇਹ ਸਾਰੇ ਸੰਗਠਨ ਵੀ ਜਿਹੜੇ ਨੇ ਐਗਜ਼ਿਸਟ ਕਰਦੇ ਆ ਤੇ ਸਰਕਾਰ ਦੇ ਜਿਹੜੇ ਕਾਨੂੰਨ ਆ ਇਹਨਾਂ ਨੂੰ ਪ੍ਰਭਾਵਿਤ ਕਰਦੇ ਆ, ਤੇ ਇਹਨਾਂ ਦੀ ਵਰਕਿੰਗ ਜਿਹੜੀ ਆ ਉਹ ਸਰਕਾਰ ਦੇ ਕਾਨੂੰਨ ਨਿਰਮਾਣ ਨੂੰ ਪ੍ਰਭਾਵਿਤ ਕਰਦੀ ਹੈ, ਸਰਕਾਰ ਦੀ ਪਾਲਿਸੀ ਮੇਕਿੰਗ ਨੂੰ ਪ੍ਰਭਾਵਿਤ ਕਰਦੀ ਹੈ। ਸੋ ਇਸ ਕਰਕੇ ਪੋਲੀਟੀਕਲ ਸਾਇੰਸ ਦੇ ਵਿੱਚ ਹਰ ਉਸ ਸੰਗਠਨ ਦੀ ਹਰ ਗਤੀਵਿਧੀ ਦਾ ਅਧਿਐਨ ਕੀਤਾ ਜਾਂਦਾ ਹੈ ਜਿਹੜੀ ਕਿ ਸੱਤਾ ਨੂੰ ਪ੍ਰਭਾਵਿਤ ਕਰਦੀ ਹੈ, ਜਿਹੜੀ ਕਿ ਸਰਕਾਰ ਦੇ ਫੈਸਲਿਆਂ ਨੂੰ ਪ੍ਰਭਾਵਿਤ ਕਰਦੀ ਹੈ, ਜਿਹੜੀ ਕਿ ਸੱਤਾ, ਸ਼ਕਤੀ ਅਤੇ ਸ਼ਾਸਨ ਨਾਲ ਜੁੜੀ ਹੈ। ਸੋ ਨੈਕਸਟ ਪੁਆਇੰਟ ਆ ਜਾਂਦਾ ਵਿਵਾਦਾਂ ਅਤੇ ਸੰਘਰਸ਼ਾਂ ਦਾ ਅਧਿਐਨ। ਸੋ ਕਹਿਣ ਦਾ ਮਤਲਬ ਇਹ ਆ ਵੀ ਪੋਲੀਟੀਕਲ ਸਾਇੰਸ ਦੇ ਵਿੱਚ, ਯਾਨੀ ਕਿ ਪੋਲੀਟਿਕਸ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਵੱਖ-ਵੱਖ ਵਿਅਕਤੀਆਂ ਵਿੱਚ ਜਾਂ ਵਿਅਕਤੀ ਅਤੇ ਰਾਜ ਦੇ ਸੰਬੰਧਾਂ ਦੇ ਵਿੱਚ ਸਾਨੂੰ ਵਿਵਾਦ ਅਤੇ ਸੰਘਰਸ਼ ਵੀ ਵੇਖਣ ਨੂੰ ਮਿਲਦੇ ਆ। ਵਿਵਾਦਾਂ ਅਤੇ ਸੰਘਰਸ਼ਾਂ ਦਾ ਮੁੱਖ ਕਾਰਨ ਕੀ ਆ ਵੀ ਸਾਧਨ ਜਿਹੜੇ ਨੇ ਸੀਮਿਤ ਹੁੰਦੇ ਆ, ਤੇ ਉਹਨਾਂ ਸਾਧਨਾਂ ਤੇ ਕੰਟਰੋਲ ਕਰਨ ਦੀ ਇੱਛਾ ਜਿਹੜੀ ਆ ਹਰ ਵਿਅਕਤੀ ਵੱਧ ਤੋਂ ਵੱਧ ਸਾਧਨਾਂ ਤੇ ਕੰਟਰੋਲ ਕਰਨਾ ਚਾਹੁੰਦਾ ਹੈ, ਤੇ ਇਹੀ ਵਿਵਾਦਾਂ ਅਤੇ ਸੰਘਰਸ਼ਾਂ ਨੂੰ ਜਨਮ ਦਿੰਦੀ ਹੈ। ਸੋ ਇਸ ਕਰਕੇ ਰਾਜਨੀਤੀ ਜਿਹੜੀ ਆ ਉਹ ਹਮੇਸ਼ਾ ਸਮੂਥ ਨਹੀਂ ਚੱਲਦੀ, ਉਹਦੇ ਵਿੱਚ ਵਿਵਾਦ ਜਾਂ ਸੰਘਰਸ਼ ਜਿਹੜੇ ਪਨਪਦੇ ਰਹਿੰਦੇ ਆ। ਕਈ ਵਾਰੀ ਆਪਾਂ ਦੇਖਦੇ ਹਾਂ ਮਜ਼ਦੂਰਾਂ ਤੇ ਪੂੰਜੀਪਤੀਆਂ ਵਿੱਚ ਸੰਘਰਸ਼ ਚੱਲਦਾ ਹੈ, ਕਈ ਵਾਰੀ ਅਸੀਂ ਦੇਖਦੇ ਹਾਂ ਵੀ ਸਰਕਾਰ ਦੁਆਰਾ ਬਣਾਏ ਕਾਨੂੰਨ ਜਿਹੜੇ ਆ ਉਹ ਸਮਾਜ ਦੇ ਇੱਕ ਸੈਕਸ਼ਨ ਨੂੰ ਪ੍ਰਭਾਵਿਤ ਕਰਦੇ ਨੇ, ਤੇ ਜੇਕਰ ਉਹ ਨੈਗੇਟਿਵਲੀ ਪ੍ਰਭਾਵਿਤ ਕਰਦੇ ਨੇ ਤੇ ਫਿਰ ਉਹ ਸੈਕਸ਼ਨ ਜਿਹੜਾ ਆ ਉਹ ਸੜਕਾਂ ਤੇ ਉਤਰ ਆਉਂਦਾ ਆ, ਸਰਕਾਰ ਖਿਲਾਫ ਧਰਨੇ ਦਿੰਦਾ, ਪ੍ਰਦਰਸ਼ਨ ਕਰਦਾ ਆ, ਜਾਂ ਹੋਰ ਕਈ ਤਰੀਕਿਆਂ ਨਾਲ ਸਰਕਾਰ ਨੂੰ ਕ੍ਰਿਟੀਸਾਈਜ਼ ਕੀਤਾ ਜਾਂਦਾ ਹੈ। ਸੋ ਇਸ ਕਰਕੇ ਸਮਾਜ ਦੇ ਵਿੱਚ ਜਿਹੜੇ ਵੱਖੋ ਵੱਖਰੇ ਸੰਗਠਨ ਜਾਂ ਆਰਗੇਨਾਈਜੇਸ਼ਨਸ ਕੰਮ ਕਰਦੀਆਂ ਨੇ, ਜਿਹੜੀਆਂ ਕਿ ਨਾਨ ਗਵਰਨਮੈਂਟਲ ਵੀ ਨੇ ਤੇ ਜਿਨ੍ਹਾਂ ਨੂੰ ਅਸੀਂ ਦਬਾਓ ਸਮੂਹ ਜਾਂ ਹਿੱਤ ਸਮੂਹ ਵੀ ਕਹਿੰਦੇ ਆ, ਤੇ ਉਹ ਜਿਹੜੇ ਆ ਉਹਨਾਂ ਦਾ ਸਰਕਾਰ ਦੇ ਨਾਲ ਟਕਰਾਓ ਜਿਹੜਾ ਆ ਉਹ ਪੈਦਾ ਹੋਣਾ ਲਾਜ਼ਮੀ ਹੈ। ਸੋ ਇਸ ਕਰਕੇ ਵਿਵਾਦਾਂ ਅਤੇ ਸੰਘਰਸ਼ ਜਿਹੜੇ ਐਗਜ਼ਿਸਟ ਕਰਦੇ ਨੇ ਸਮਾਜ ਦੇ ਵਿੱਚ, ਵੱਖ-ਵੱਖ ਸੰਗਠਨਾਂ ਦੇ ਵਿੱਚ ਸੰਘਰਸ਼ ਜਾਂ ਸਰਕਾਰ ਅਤੇ ਵੱਖ-ਵੱਖ ਸੰਗਠਨਾਂ ਦੇ ਵਿੱਚ ਸੰਘਰਸ਼, ਸੋ ਉਹ ਜਿਹੜੇ ਆ ਰਾਜਨੀਤੀ ਦਾ ਹਿੱਸਾ ਆ, ਤੇ ਪੋਲੀਟੀਕਲ ਸਾਇੰਸ ਦੇ ਵਿੱਚ ਉਹਨਾਂ ਵਿਵਾਦਾਂ ਅਤੇ ਸੰਘਰਸ਼ਾਂ ਦਾ ਅਧਿਐਨ ਵੀ ਕੀਤਾ ਜਾਂਦਾ ਹੈ। ਨੈਕਸਟ ਪੁਆਇੰਟ ਆ ਜਾਂਦਾ ਆਮ ਸਹਿਮਤੀ ਅਤੇ ਸਹਿਯੋਗ ਦਾ ਅਧਿਐਨ। ਸੋ ਅਸੀਂ ਦੇਖਦੇ ਹਾਂ ਵੀ ਰਾਜਨੀਤੀ ਦੇ ਵਿੱਚ ਹਮੇਸ਼ਾ ਵਿਵਾਦਾਂ ਅਤੇ ਸੰਘਰਸ਼ਾਂ ਦੀ ਸਥਿਤੀ ਨਹੀਂ ਰਹਿੰਦੀ, ਬਲਕਿ ਆਮ ਸਹਿਮਤੀ ਅਤੇ ਸਹਿਯੋਗ ਵੀ ਪਾਇਆ ਜਾਂਦਾ ਹੈ। ਕਈ ਮੁੱਦਿਆਂ ਉੱਤੇ ਲੋਕ ਜਿਹੜੇ ਨੇ ਉਹ ਸਰਕਾਰ ਨਾਲ ਸਹਿਮਤ ਵੀ ਹੁੰਦੇ ਨੇ, ਤੇ ਕਈ ਮੁੱਦਿਆਂ ਉੱਤੇ ਵਿਰੋਧਤਾ ਵੀ ਹੁੰਦੀ ਹੈ। ਤੇ ਜੇਕਰ ਸਰਕਾਰ ਅਤੇ ਲੋਕਾਂ ਦੇ ਵਿੱਚ ਸੰਘਰਸ਼ ਪਾਏ ਜਾਂਦੇ ਆ ਤੇ ਲੋਕ ਜਿਹੜੇ ਵਿਰੋਧਤਾ ਕਰਦੇ ਨੇ ਤੇ ਸਰਕਾਰ ਨੂੰ ਕੰਪਰੋਮਾਈਜ਼ ਕਰਨਾ ਪੈਂਦਾ ਆ, ਸਰਕਾਰ ਨੂੰ ਕਈ ਵਾਰੀ ਆਪਣੇ ਫੈਸਲੇ ਵਾਪਸ ਲੈਣੇ ਪੈਂਦੇ ਆ, ਤੇ ਫਿਰ ਦੁਬਾਰਾ ਕਈ ਵਾਰੀ ਇੱਦਾਂ ਦੇ ਕਾਨੂੰਨ ਬਣਾਏ ਜਾਂਦੇ ਆ ਜਿਹੜੇ ਕਿ ਲੋਕਾਂ ਦੇ ਵੈਲਫੇਅਰ ਵਾਸਤੇ ਹੋਣ, ਜਾਂ ਕਈ ਵਾਰੀ ਵੱਖ-ਵੱਖ ਸੰਗਠਨਾਂ ਦੇ ਜਿਹੜੇ ਲੀਡਰ ਨੇ ਉਹਨਾਂ ਨਾਲ ਗੱਲਬਾਤ ਕਰਕੇ ਕਾਨੂੰਨ ਬਣਾਏ ਜਾਣ, ਤੇ ਫਿਰ ਉਦੋਂ ਜਿਹੜਾ ਆ ਲੋਕਾਂ ਅਤੇ ਸਰਕਾਰ ਦੇ ਵਿੱਚ ਸਹਿਮਤੀ ਜਿਹੜੀ ਆ ਉਹ ਪਾਈ ਜਾਂਦੀ ਹੈ। ਸੋ ਇਸ ਤਰੀਕੇ ਨਾਲ ਆਮ ਸਹਿਮਤੀ ਅਤੇ ਸਹਿਯੋਗ ਦਾ ਅਧਿਐਨ ਜਿਹੜਾ ਆਪਾਂ ਕਰਦੇ ਹਾਂ
ਉਹਦੇ ਵਿੱਚ ਪੋਲਿਟਿਕਸ ਆਫ ਕੰਸੈਂਸਸ ਜਿਹੜੀ ਹੈ ਉਹਦਾ ਇੱਕ ਨਵਾਂ ਕਨਸੈਪਟ ਆਇਆ, ਯਾਨੀ ਕਿ ਸਾਰੇ ਲੋਕ ਕਦੀ ਵੀ ਕਿਸੇ ਮੁੱਦੇ ਤੇ ਸਹਿਮਤ ਨਹੀਂ ਹੋ ਸਕਦੇ ਤੇ ਇਸ ਕਰਕੇ ਆਮ ਸਹਿਮਤੀ ਦੀ ਰਾਜਨੀਤੀ ਜਿਹੜੀ ਅਪਣਾਈ ਜਾਂਦੀ ਹੈ ਵੀ ਸਮਾਜ ਦਾ ਜਿਹੜਾ ਵੱਡਾ ਸੈਕਸ਼ਨ ਹੈ ਉਹ ਸਰਕਾਰ ਦੁਆਰਾ ਬਣਾਏ ਕਾਨੂੰਨਾਂ ਨੂੰ ਐਕਸੈਪਟ ਕਰਦਾ ਹੋਵੇ, ਕਿਉਂਕਿ ਸਾਰੇ ਲੋਕ ਕਦੀ ਵੀ ਸਰਕਾਰ ਦੁਆਰਾ ਬਣਾਏ ਗਏ ਕਿਸੇ ਕਾਨੂੰਨ ਤੋਂ ਸਹਿਮਤ ਨਹੀਂ ਹੋ ਸਕਦੇ ਜਾਂ ਉਹਨਾਂ ਤੋਂ ਖੁਸ਼ ਨਹੀਂ ਹੋ ਸਕਦੇ। ਸੋ ਸਮਾਜ ਦਾ ਵੱਡਾ ਹਿੱਸਾ ਜਿਹੜਾ ਆ ਉਹਦੀ ਵਿਰੋਧਤਾ ਨਾ ਕਰਦਾ ਹੋਵੇ, ਉਹਨਾਂ ਨੂੰ ਸਰਕਾਰ ਦੁਆਰਾ ਬਣਾਏ ਗਏ ਕਾਨੂੰਨ ਜਿਹੜੇ ਐਕਸੈਪਟੇਬਲ ਹੋਣ, ਉਹਨੂੰ ਕਹਿੰਦੇ ਆ ਪੋਲਿਟਿਕਸ ਆਫ ਕੰਸੈਂਸਸ। ਯਾਨੀ ਕਿ ਆਮ ਸਹਿਮਤੀ ਹੋਣੀ ਚਾਹੀਦੀ ਆ ਵੀ ਸਰਕਾਰ ਜੋ ਵੀ ਕੰਮ ਕਰ ਰਹੀ ਹੈ, ਜਿਹੜੇ ਕਾਨੂੰਨ ਬਣਾ ਰਹੀ ਆ, ਉਹ ਸਾਡੀ ਵੈਲਫੇਅਰ ਵਾਸਤੇ ਹੈ। ਸੋ ਜੇਕਰ ਸਮਾਜ ਦਾ ਵੱਡਾ ਹਿੱਸਾ ਉਹਨੂੰ ਪ੍ਰਵਾਨ ਕਰਦਾ ਆ, ਐਕਸੈਪਟ ਕਰਦਾ ਆ, ਤਾਂ ਇਟ ਮੀਨਸ ਕਿ ਆਮ ਸਹਿਮਤੀ ਤੇ ਸਹਿਯੋਗ ਜਿਹੜਾ ਆ ਉਹ ਸਰਕਾਰ ਅਤੇ ਲੋਕਾਂ ਦੇ ਵਿੱਚ ਪਾਇਆ ਜਾਂਦਾ ਆ ਤੇ ਉਸ ਚੀਜ਼ ਦੀ ਸਟੱਡੀ ਵੀ ਜਿਹੜੀ ਆ ਪੋਲੀਟੀਕਲ ਸਾਇੰਸ ਦੇ ਵਿੱਚ ਕੀਤੀ ਜਾਂਦੀ ਹੈ। ਉਸ ਤੋਂ ਅੱਗੇ ਆ ਜਾਂਦਾ ਨਿਰਣਾ ਨਿਰਮਾਣ ਦੀ ਪ੍ਰਕਿਰਿਆ ਦਾ ਅਧਿਐਨ, ਯਾਨੀ ਕਿ ਪੋਲੀਟਿਕਸ ਦੇ ਵਿੱਚ ਜਾਂ ਪੋਲੀਟੀਕਲ ਸਾਇੰਸ ਦੇ ਵਿੱਚ ਜਿਹੜਾ ਡਿਸੀਜਨ ਮੇਕਿੰਗ ਪ੍ਰੋਸੈਸ ਆ ਉਹਦੀ ਸਟੱਡੀ ਵੀ ਕੀਤੀ ਜਾਂਦੀ ਹੈ, ਯਾਨੀ ਕਿ ਸਰਕਾਰ ਜਿਹੜੀ ਆ ਕਿਸ ਤਰੀਕੇ ਨਾਲ ਫੈਸਲੇ ਲੈਂਦੀ ਹੈ। ਜਿਵੇਂ ਕਿ ਡੇਵਿਡ ਈਸਟਨ ਦਾ ਜਿਹੜਾ ਇਨਪੁਟ ਆਊਟਪੁੱਟ ਮਾਡਲ ਆ, ਬੜਾ ਫੇਮਸ ਮਾਡਲ ਆ ਇਨਪੁੱਟ ਆਊਟਪੁੱਟ ਮਾਡਲ, ਜਿਹਨੂੰ ਅਸੀਂ ਨਿਵੇਸ਼ ਨਿਕਾਸ ਮਾਡਲ ਦਾ ਨਾਮ ਨਾਲ ਜਾਣਦੇ ਹਾਂ। ਉਹਦੇ ਵਿੱਚ ਡੇਵਿਡ ਈਸਟਨ ਨੇ ਗੱਲ ਕੀਤੀ ਆ ਕਿ ਲੋਕ ਪੋਲੀਟੀਕਲ ਸਿਸਟਮ ਦੇ ਅੱਗੇ ਜੋ ਵੀ ਮੰਗਾਂ ਰੱਖਦੇ ਨੇ ਉਹਨੂੰ ਨਿਵੇਸ਼ ਕਿਹਾ ਜਾਂਦਾ ਆ, ਤੇ ਉਹਨਾਂ ਮੰਗਾਂ ਦੇ ਆਧਾਰ ਤੇ ਸਰਕਾਰ ਜੋ ਵੀ ਕਾਨੂੰਨ ਬਣਾਉਂਦੀ ਆ ਜਾਂ ਨੀਤੀਆਂ ਬਣਾਉਂਦੀ ਆ ਉਹਨੂੰ ਨਿਕਾਸ ਕਿਹਾ ਜਾਂਦਾ ਹੈ। ਸਰਕਾਰ ਦੁਆਰਾ ਜਿਹੜਾ ਨਿਵੇਸ਼ਾਂ ਨੂੰ ਨਿਕਾਸਾਂ ਵਿੱਚ ਬਦਲਿਆ ਜਾਂਦਾ ਹੈ, ਯਾਨੀ ਕਿ ਲੋਕਾਂ ਦੀਆਂ ਜਿਹੜੀਆਂ ਡਿਮਾਂਡਸ ਨੇ ਉਹਨਾਂ ਦੇ ਆਧਾਰ ਤੇ ਜਿਹੜੇ ਕਾਨੂੰਨ ਜਾਂ ਨੀਤੀਆਂ ਬਣਾਏ ਜਾਂਦੇ ਨੇ, ਪਰੰਤੂ ਫਿਰ ਵੀ ਲੋਕ ਸਾਰੇ ਜਿਹੜੇ ਨੇ ਉਹ ਉਹਨਾਂ ਕਾਨੂੰਨਾਂ ਤੋਂ ਖੁਸ਼ ਨਹੀਂ ਹੁੰਦੇ ਤੇ ਸਾਰੇ ਲੋਕਾਂ ਦੀਆਂ ਡਿਮਾਂਡਸ ਜਿਹੜੀਆਂ ਨੇ ਪੂਰੀਆਂ ਨਹੀਂ ਹੁੰਦੀਆਂ, ਤੇ ਜਿਨ੍ਹਾਂ ਦੀ ਡਿਮਾਂਡਸ ਪੂਰੀਆਂ ਨਹੀਂ ਹੁੰਦੀਆਂ ਉਹ ਦੁਬਾਰਾ ਫਿਰ ਨਿਵੇਸ਼ਾਂ ਦਾ ਰੂਪ ਧਾਰਨ ਕਰ ਲੈਂਦੀਆਂ ਨੇ, ਦੁਬਾਰਾ ਉਹ ਸਿਸਟਮ ਦੇ ਅੱਗੇ ਆਪਣੀ ਡਿਮਾਂਡਸ ਰੱਖਦੇ ਨੇ। ਸੋ ਇਸ ਤਰੀਕੇ ਨਾਲ ਸਿਸਟਮ ਜਿਹੜਾ ਚੱਲਦਾ ਰਹਿੰਦਾ, ਚੱਕਰ ਜਿਹੜਾ ਚੱਲਦਾ ਰਹਿੰਦਾ ਆ। ਤੇ ਇਹ ਜਿਹੜੀ ਨਿਰਣਾ ਨਿਰਮਾਣ ਦੀ ਪ੍ਰਕਿਰਿਆ ਆ, ਡਿਸੀਜਨ ਮੇਕਿੰਗ ਪ੍ਰੋਸੈਸ ਜਿਹੜਾ ਆ ਉਹ ਕਿਸ ਤਰੀਕੇ ਨਾਲ ਚੱਲਦਾ ਆ, ਉਹਦਾ ਅਧਿਐਨ ਵੀ ਪੋਲੀਟੀਕਲ ਸਾਇੰਸ ਦੇ ਵਿੱਚ ਕੀਤਾ ਜਾਂਦਾ ਹੈ। ਕਿਉਂਕਿ ਕਈ ਵਾਰੀ ਆਪਾਂ ਦੇਖਦੇ ਹਾਂ ਕਿ ਸਰਕਾਰਾਂ ਜਿਹੜੀਆਂ ਨੇ ਉਹ ਵੱਖ-ਵੱਖ ਆਰਗੇਨਾਈਜੇਸ਼ਨਸ ਦੇ ਜਿਹੜੇ ਲੀਡਰਸ ਨੇ ਉਹਨਾਂ ਨੂੰ ਬੁਲਾ ਕੇ ਉਹਨਾਂ ਨਾਲ ਸਲਾਹ ਮਸ਼ਵਰਾ ਕਰਕੇ ਉਹਨਾਂ ਨੂੰ ਵਿਸ਼ਵਾਸ ਵਿੱਚ ਲੈ ਕੇ ਕਾਨੂੰਨ ਬਣਾਉਂਦੀ ਹੈ। ਸੋ ਇਸ ਕਰਕੇ ਡਿਸੀਜਨ ਮੇਕਿੰਗ ਪ੍ਰੋਸੈਸ ਜਿਹੜਾ ਆ, ਜੇ ਡੈਮੋਕ੍ਰੇਸੀ ਆ ਤੇ ਉਹਦੇ ਵਿੱਚ ਲੋਕਾਂ ਦੇ ਜਿਹੜੇ ਨੁਮਾਇੰਦੇ ਆ ਉਹਨਾਂ ਨਾਲ ਸਲਾਹ ਮਸ਼ਵਰਾ ਕਰਕੇ ਵੀ ਉਹ ਜਿਹੜੇ ਕਾਨੂੰਨ ਬਣਾਉਣ ਜਾ ਰਹੀ ਹੈ ਉਹਦਾ ਉਹਨਾਂ ਦੇ ਵੈਲਫੇਅਰ ਵਾਸਤੇ ਨੇ ਤੇ ਉਹਨਾਂ ਦੇ ਜੀਵਨ ਤੇ ਸਕਾਰਾਤਮਕ ਪ੍ਰਭਾਵ ਪਊਗਾ। ਜੇਕਰ ਸਰਕਾਰ ਇਸ ਤਰੀਕੇ ਨਾਲ ਲੋਕਾਂ ਨੂੰ ਵਿਸ਼ਵਾਸ ਵਿੱਚ ਲੈ ਕੇ ਕਾਨੂੰਨ ਬਣਾਉਂਦੀ ਆ ਤੇ ਫਿਰ ਉਹ ਕਾਨੂੰਨ ਜਿਹੜੇ ਆ ਉਹਨਾਂ ਨੂੰ ਲੋਕ ਜਿਹੜੇ ਨੇ ਬਿਨਾਂ ਕਿਸੇ ਵਿਰੋਧਤਾ ਦੇ ਸਵੀਕਾਰ ਕਰ ਲੈਂਦੇ ਆ। ਸੋ ਉਹ ਜਿਹੜਾ ਡਿਸੀਜਨ ਮੇਕਿੰਗ ਪ੍ਰੋਸੈਸ ਆ ਉਹ ਪੋਲੀਟੀਕਲ ਸਾਇੰਸ ਦਾ ਅਹਿਮ ਹਿੱਸਾ ਆ, ਤੇ ਪੋਲੀਟੀਕਲ ਸਾਇੰਸ ਦੇ ਵਿੱਚ ਉਹ ਜਿਹੜਾ ਨਿਰਣਾ ਨਿਰਮਾਣ ਦੀ ਪ੍ਰਕਿਰਿਆ ਆ, ਡਿਸੀਜਨ ਮੇਕਿੰਗ ਪ੍ਰੋਸੈਸ ਆ, ਉਹਦੀ ਸਟੱਡੀ ਕੀਤੀ ਜਾਂਦੀ ਹੈ। ਨੈਕਸਟ ਆ ਜਾਂਦਾ ਕਦਰਾਂ ਕੀਮਤਾਂ ਦੇ ਸੱਤਾਪੂਰਨ ਨਿਰਧਾਰਨ ਦਾ ਅਧਿਐਨ। ਸੋ ਪੋਲੀਟੀਕਲ ਸਾਇੰਸ ਦੇ ਵਿੱਚ ਜਿੱਦਾਂ ਮੈਂ ਮੀਨਿੰਗ ਦੇ ਵਿੱਚ ਵੀ ਗੱਲ ਕੀਤੀ ਸੀ ਕਿ ਪੋਲੀਟੀਕਲ ਸਾਇੰਸ ਦੇ ਵਿੱਚ ਕਦਰਾਂ ਕੀਮਤਾਂ ਦਾ ਮਤਲਬ ਆ ਲਾਅ, ਕਾਨੂੰਨ ਜਾਂ ਨੀਤੀਆਂ ਜਿਹੜੀਆਂ ਕਿ ਸਰਕਾਰ ਦੁਆਰਾ ਬਣਾਈਆਂ ਜਾਂਦੀਆਂ ਨੇ। ਸੋ ਰਾਜਨੀਤੀ ਵਿੱਚ ਕਦਰਾਂ ਕੀਮਤਾਂ ਦਾ ਅਰਥ ਨਿਰਣੇ ਜਾਂ ਨੀਤੀਆਂ ਹੁੰਦਾ ਹੈ। ਉਹ ਨੀਤੀਆਂ ਜਾਂ ਨਿਰਣੇ ਜਿਹੜੇ ਕਿ ਸਰਕਾਰ ਦੁਆਰਾ ਕੀਤੇ ਜਾਂਦੇ ਨੇ ਤੇ ਜਿਹੜੇ ਨਿਰਧਾਰਿਤ ਉਦੇਸ਼ਾਂ ਦੀ ਪ੍ਰਾਪਤੀ ਲਈ ਕੀਤੇ ਜਾਂਦੇ ਆ। ਯਾਨੀ ਕਿ ਸਰਕਾਰ ਜੋ ਵੀ ਫੈਸਲੇ ਲੈਂਦੀ ਆ ਉਹਨਾਂ ਦਾ ਕੋਈ ਨਾ ਕੋਈ ਉਦੇਸ਼ ਹੁੰਦਾ ਆ, ਉਹਨਾਂ ਦਾ ਕੋਈ ਨਾ ਕੋਈ ਆਬਜੈਕਟਿਵ ਹੁੰਦਾ ਆ। ਕਿ ਜਿੱਦਾਂ ਹੁਣ ਰਾਈਟ ਟੂ ਐਜੂਕੇਸ਼ਨ ਆ, ਸੋ ਰਾਈਟ ਟੂ ਐਜੂਕੇਸ਼ਨ ਦਾ ਉਦੇਸ਼ ਕੀ ਆ ਕਿ ਹਰ ਇੱਕ ਬੱਚਾ ਜਿਹਦੀ ਉਮਰ 6 ਤੋਂ ਲੈ ਕੇ 14 ਸਾਲ ਆ ਤੇ ਉਹ ਪਹਿਲੀ ਜਮਾਤ ਤੋਂ ਲੈ ਕੇ 8ਵੀਂ ਜਮਾਤ ਤੱਕ ਦੀ ਜਿਹੜੀ ਪ੍ਰਾਇਮਰੀ ਐਜੂਕੇਸ਼ਨ ਆ ਜਿਹੜੀ ਕਿ ਫ੍ਰੀ ਆਫ ਕਾਸਟ ਆ ਤੇ ਕੰਪਲਸਰੀ ਆ, ਉਹ ਉਹਨੂੰ ਲੈਣੀ ਪਊਗੀ। ਸੋ ਇੱਕ ਐਗਜ਼ਾਮਪਲ ਦੇ ਰਿਹਾ ਮੈਂ ਤੁਹਾਨੂੰ ਕਿ ਜਿੱਦਾਂ ਰਾਈਟ ਟੂ ਐਜੂਕੇਸ਼ਨ ਆ ਉਹ ਕਿਹੜੇ ਉਦੇਸ਼ ਨੂੰ ਸਾਹਮਣੇ ਰੱਖ ਕੇ ਪਾਸ ਕੀਤਾ ਗਿਆ ਆ ਵੀ ਹਰ ਬੱਚਾ ਜਿਹਦੀ ਉਮਰ 14 ਸਾਲ ਤੱਕ ਦੀ ਆ ਉਹ 8ਵੀਂ ਤੱਕ ਦੀ ਜਿਹੜੀ ਪ੍ਰਾਇਮਰੀ ਐਜੂਕੇਸ਼ਨ ਆ ਉਹ ਲਵੇ ਤੇ ਜਿਹੜੀ ਉਹਦੇ ਵਾਸਤੇ ਲੈਣੀ ਕੰਪਲਸਰੀ ਆ ਤੇ ਜਿਹੜੀ ਫ੍ਰੀ ਆਫ ਕਾਸਟ ਆ। ਸੋ ਕਹਿਣ ਦਾ ਮਤਲਬ ਆ ਵੀ ਕਦਰਾਂ ਕੀਮਤਾਂ ਕੀ ਨੇ, ਨਿਰਣੇ ਜਾਂ ਨੀਤੀਆਂ ਜਿਹੜੀਆਂ ਕਿ ਸਰਕਾਰ ਬਣਾਉਂਦੀ ਆ ਤੇ ਉਹਨਾਂ ਨੀਤੀਆਂ ਦਾ ਕੋਈ ਨਾ ਕੋਈ ਉਦੇਸ਼ ਹੁੰਦਾ ਆ, ਜਿਹੜੇ ਉਦੇਸ਼ ਵਾਸਤੇ ਉਹ ਨੀਤੀਆਂ ਬਣਾਈਆਂ ਜਾਂਦੀਆਂ ਨੇ। ਤੇ ਕਦਰਾਂ ਕੀਮਤਾਂ ਦੇ ਸੱਤਾਪੂਰਨ ਨਿਰਧਾਰਨ ਦਾ ਅਧਿਐਨ ਜਿਹੜਾ ਆ ਉਹ ਪੋਲੀਟੀਕਲ ਸਾਇੰਸ 'ਚ ਕੀਤਾ ਜਾਂਦਾ ਹੈ। ਨੈਕਸਟ ਪੁਆਇੰਟ ਆ ਜਾਂਦਾ ਅਗਵਾਈ ਦਾ ਅਧਿਐਨ। ਸਮਾਜ ਦੇ ਵਿੱਚ ਕੁਝ ਲੋਕ ਜਿਹੜੇ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਵਿੱਚ ਲੀਡਰਸ਼ਿਪ ਕੁਆਲਿਟੀਜ਼ ਹੁੰਦੀਆਂ ਨੇ। ਸਾਰੇ ਲੋਕ ਜਿਹੜੇ ਆ ਲੀਡਰਸ਼ਿਪ ਕੁਆਲਿਟੀਜ਼ ਵਾਲੇ ਨਹੀਂ ਹੁੰਦੇ। ਕੁਝ ਲੋਕ ਹੁੰਦੇ ਆ ਜਿਹੜੇ ਕਿ ਲੋਕਾਂ ਨੂੰ ਲਾਮਬੰਦ ਕਰਦੇ ਨੇ, ਲੋਕਾਂ ਨੂੰ ਮੋਬਿਲਾਈਜ਼ ਕਰਦੇ ਆ, ਲੋਕਾਂ ਨੂੰ ਆਪਣੇ ਨਾਲ ਜੋੜਦੇ ਨੇ ਤੇ ਲੋਕਾਂ ਨੂੰ ਅਗਵਾਈ ਪ੍ਰਦਾਨ ਕਰਦੇ ਆ। ਕਿਉਂਕਿ ਸਮਾਜ ਦੇ ਵਿੱਚ ਹਰ ਸੈਕਸ਼ਨਸ ਦੇ ਜਿਹੜੇ ਲੋਕ ਨੇ
ਉਹਨਾਂ ਨੂੰ ਕਿਸੇ ਨਾ ਕਿਸੇ ਲੀਡਰ ਦੀ ਜ਼ਰੂਰਤ ਹੁੰਦੀ ਹੈ ਜਿਹਦੇ ਜ਼ਰੀਏ ਉਹ ਆਪਣੀ ਗੱਲ ਸਰਕਾਰ ਤੱਕ ਪਹੁੰਚਾ ਸਕਦੇ ਆ। ਤੇ ਉਹੀ ਲੀਡਰ ਜਿਹੜੇ ਲੋਕਾਂ ਨੂੰ ਲਾਮਬੰਦ ਕਰਦੇ ਆ, ਲੋਕਾਂ ਨੂੰ ਮੋਬਿਲਾਈਜ਼ ਕਰਦੇ ਆ, ਲੋਕਾਂ ਦੀ ਡਿਮਾਂਡਸ ਇਕੱਠੀਆਂ ਕਰਦੇ ਨੇ, ਸਰਕਾਰ ਤੱਕ ਪਹੁੰਚਾਉਂਦੇ ਆ। ਸੋ ਇਸ ਕਰਕੇ ਅਗਵਾਈ ਦਾ ਅਧਿਐਨ ਵੀ ਪੋਲੀਟੀਕਲ ਸਾਇੰਸ 'ਚ ਕੀਤਾ ਜਾਂਦਾ ਆ, ਕਿਉਂਕਿ ਅਗਵਾਈ ਤੋਂ ਬਿਨਾਂ ਪੋਲੀਟੀਕਲ ਸਾਇੰਸ ਦਾ ਅਧਿਐਨ ਜਿਹੜਾ ਅਧੂਰਾ ਆ। ਹੁਣ ਸਰਕਾਰ ਵੀ ਜੇਕਰ ਕੰਮ ਕਰ ਰਹੀ ਹੈ ਤੇ ਉਹ ਵੀ ਇੱਕ ਤਰੀਕੇ ਨਾਲ ਲੋਕਾਂ ਨੂੰ ਲੀਡਰਸ਼ਿਪ ਪ੍ਰੋਵਾਈਡ ਕਰ ਰਹੀ ਹੈ, ਉਹ ਵੀ ਲੋਕਾਂ ਦੀ ਲੀਡਰ ਆ। ਕਿਉਂਕਿ ਦੇਸ਼ ਦੇ ਸਾਹਮਣੇ ਜਾਂ ਸਟੇਟ ਦੇ ਸਾਹਮਣੇ ਜੇਕਰ ਕੋਈ ਸਮੱਸਿਆ ਹੁੰਦੀ ਹੈ ਤਾਂ ਲੋਕ ਕਿਹਦੇ ਵੱਲ ਦੇਖਦੇ ਨੇ? ਆਪਣੇ ਲੀਡਰ ਵੱਲ, ਆਪਣੇ CM ਵੱਲ ਦੇਖਦੇ ਨੇ, ਆਪਣੇ ਪ੍ਰਾਈਮ ਮਿਨਿਸਟਰ ਵੱਲ ਦੇਖਦੇ ਆ। ਸੋ ਇਸ ਕਰਕੇ ਪੋਲੀਟੀਕਲ ਸਾਇੰਸ ਦੀ ਸਟੱਡੀ ਦੇ ਵਿੱਚ ਅਗਵਾਈ ਦਾ ਅਧਿਐਨ ਵੀ ਕੀਤਾ ਜਾਂਦਾ ਹੈ। ਨੈਕਸਟ ਆ ਜਾਂਦਾ ਰਾਜਨੀਤਿਕ ਦਲਾਂ ਦਾ ਅਧਿਐਨ। ਸੋ ਰਾਜਨੀਤਿਕ ਦਲ ਜਿਹੜੇ ਨੇ ਉਹਨਾਂ ਦੀ ਲੋਕਤੰਤਰ ਦੇ ਵਿੱਚ ਬਹੁਤ ਜ਼ਿਆਦਾ ਇੰਪੋਰਟੈਂਸ ਆ। ਕਿਸੇ ਵੀ ਦੇਸ਼ ਦੇ ਵਿੱਚ ਜਿਹੜਾ ਲੋਕਤੰਤਰ ਆ ਉਹ ਰਾਜਨੀਤਿਕ ਦਲਾਂ ਤੋਂ ਬਿਨਾਂ ਅਧੂਰਾ ਆ। ਜੇਕਰ ਰਾਜਨੀਤਿਕ ਦਲ ਨਹੀਂ ਹੋਣਗੇ ਤੇ ਲੋਕਤੰਤਰ ਨਹੀਂ ਹੋਏਗਾ। ਤੇ ਰਾਜਨੀਤਿਕ ਦਲਾਂ ਦਾ ਕੰਮ ਕੀ ਆ? ਉਹ ਲੋਕਾਂ ਨੂੰ ਸੰਗਠਿਤ ਕਰਦੇ ਨੇ, ਮੋਬਿਲਾਈਜ਼ ਕਰਦੇ ਨੇ, ਆਪਣੇ ਨਾਲ ਜੋੜਦੇ ਨੇ। ਇਹ ਤੋਂ ਇਲਾਵਾ ਰਾਜਨੀਤਿਕ ਦਲ ਕੀ ਕਰਦੇ ਨੇ? ਚੋਣਾਂ ਲੜਦੇ ਆ। ਰਾਜਨੀਤਿਕ ਦਲ ਜਿਹੜੇ ਆ ਸਰਕਾਰ ਬਣਾਉਂਦੇ ਆ। ਉਹਨਾਂ ਦਾ ਮੁੱਖ ਮਕਸਦ ਇਹੀ ਆ ਨਾ, ਇਲੈਕਸ਼ਨਸ ਕੰਟੈਸਟ ਕਰਨੀਆਂ ਹੁੰਦੀਆਂ। ਰਾਜਨੀਤਿਕ ਦਲ ਜਿਹੜੇ ਇਲੈਕਸ਼ਨਸ ਕੰਟੈਸਟ ਕਰਦੇ ਨੇ ਤੇ ਉਹਨਾਂ ਦਾ ਮੁੱਖ ਮਕਸਦ ਜਿਹੜਾ ਸੱਤਾ ਵਿੱਚ ਆਉਣਾ ਹੁੰਦਾ ਆ, ਸਰਕਾਰ ਬਣਾਉਣਾ ਹੁੰਦਾ ਆ। ਤੇ ਜਿਹੜੀਆਂ ਪਾਰਟੀਜ਼, ਮੰਨ ਲਓ ਇੱਕ ਪਾਰਟੀ ਪਾਵਰ 'ਚ ਆ ਗਈ ਤੇ ਬਾਕੀਆਂ ਪਾਰਟੀਜ਼ ਜਿਹੜੀਆਂ ਨੇ ਉਹ ਓਪੋਜੀਸ਼ਨ ਦਾ ਰੋਲ ਪਲੇ ਕਰਦੀਆਂ। ਸੋ ਇਸ ਤਰੀਕੇ ਨਾਲ ਰਾਜਨੀਤਿਕ ਦਲ ਸਰਕਾਰ ਵੀ ਬਣਾਉਂਦੇ ਨੇ ਤੇ ਜਿਹੜੀਆਂ ਪਾਵਰ ਦੇ ਵਿੱਚ ਪਾਰਟੀਜ਼ ਨਹੀਂ ਆਉਂਦੀਆਂ ਉਹ ਕੀ ਕਰਦੀਆਂ ਨੇ? ਉਹ ਵਿਰੋਧੀ ਦਲ ਵਜੋਂ ਕੰਮ ਕਰਦੀਆਂ ਨੇ ਤੇ ਸਰਕਾਰ ਦੇ ਗਲਤ ਕੰਮਾਂ ਦੀ ਆਲੋਚਨਾ ਕਰਦੀਆਂ। ਸੋ ਇਸ ਕਰਕੇ ਰਾਜਨੀਤਿਕ ਦਲਾਂ ਦਾ ਅਧਿਐਨ ਕੀਤੇ ਬਿਨਾਂ ਪੋਲੀਟੀਕਲ ਸਾਇੰਸ ਦੀ ਸਟੱਡੀ ਜਿਹੜੀ ਆ ਅਧੂਰੀ ਰਹੇਗੀ। ਨੈਕਸਟ ਆ ਜਾਂਦਾ ਚੋਣ ਪ੍ਰਣਾਲੀਆਂ ਦਾ ਅਧਿਐਨ। ਸੋ ਹਰ ਕੰਟਰੀ ਦੇ ਵਿੱਚ ਵੱਖੋ ਵੱਖਰੀ ਤਰ੍ਹਾਂ ਦੀ ਚੋਣ ਪ੍ਰਣਾਲੀ ਹੁੰਦੀ ਹੈ ਪ੍ਰਤੀਨਿਧਾਨ ਦੀ ਚੋਣ ਕਰਨ ਵਾਸਤੇ। ਹੁਣ ਵੱਖੋ ਵੱਖਰੇ ਦੇਸ਼ਾਂ ਵਿੱਚ ਲੋਕਤੰਤਰ ਆ, ਬਹੁਤ ਸਾਰੇ ਦੇਸ਼ਾਂ 'ਚ ਲੋਕਤੰਤਰ ਆ, ਪਰੰਤੂ ਹਰ ਲੋਕਤੰਤਰ ਦੇ ਵਿੱਚ ਨੁਮਾਇੰਦਿਆਂ ਦੀ ਚੋਣ ਵਾਸਤੇ ਸਿਸਟਮ ਜਿਹੜਾ ਆ ਉਹ ਅਲੱਗ ਆ। ਸੋ ਪ੍ਰਤੀਨਿਧਾਂ ਦੀ ਚੋਣ ਵਾਸਤੇ ਵੱਖ-ਵੱਖ ਦੇਸ਼ਾਂ ਵਿੱਚ ਵੱਖ-ਵੱਖ ਚੋਣ ਪ੍ਰਣਾਲੀਆਂ ਅਪਣਾਈਆਂ ਗਈਆਂ ਨੇ। ਫੋਰ ਐਗਜ਼ਾਮਪਲ USA ਦੇ ਵਿੱਚ ਵੀ ਲੋਕਤੰਤਰ ਆ, ਇੰਡੀਆ ਵਿੱਚ ਵੀ ਲੋਕਤੰਤਰ ਆ। ਉੱਥੇ ਪ੍ਰਧਾਨਗੀ ਪ੍ਰਣਾਲੀ ਆ, ਇੰਡੀਆ ਵਿੱਚ ਸੰਸਦੀ ਪ੍ਰਣਾਲੀ ਆ। ਇੰਡੀਆ ਦੇ ਵਿੱਚ ਕਾਰਜਪਾਲਿਕਾ ਦੇ ਮੈਂਬਰ ਸੰਸਦ ਦੇ ਮੈਂਬਰ ਵੀ ਹੁੰਦੇ ਨੇ, ਠੀਕ ਹੈ। ਨੋ ਡਾਊਟ ਲੋਕ ਸਭਾ ਦੇ ਮੈਂਬਰ ਲੋਕਾਂ ਦੁਆਰਾ ਚੁਣੇ ਜਾਂਦੇ ਆ ਤੇ ਉਹਨਾਂ ਵਿੱਚੋਂ ਹੀ ਕਾਰਜਪਾਲਿਕਾ ਦੇ ਵਿੱਚ ਮੰਤਰੀ ਲਏ ਜਾਂਦੇ ਨੇ। ਦੂਜੇ ਪਾਸੇ USA ਦੇ ਵਿੱਚ ਜਿਹੜਾ ਹਾਊਸ ਆਫ ਰਿਪਰੈਜ਼ੈਂਟੇਟਿਵਸ ਆ ਉਹਦੇ ਮੈਂਬਰ ਵੀ ਲੋਕਾਂ ਦੁਆਰਾ ਚੁਣੇ ਜਾਂਦੇ ਆ, ਪਰੰਤੂ ਉੱਥੇ ਕਾਰਜਪਾਲਿਕਾ ਦੇ ਮੈਂਬਰ ਵੱਖਰੇ ਹੁੰਦੇ ਨੇ, ਉਹ ਸੰਸਦ ਦਾ ਮੈਂਬਰ ਨਹੀਂ ਹੁੰਦੇ। ਸੋ ਕਹਿਣ ਦਾ ਮਤਲਬ ਆ ਵੀ ਲੋਕਤੰਤਰ ਬਹੁਤ ਸਾਰੇ ਦੇਸ਼ਾਂ 'ਚ ਆ, ਪਰੰਤੂ ਚੋਣ ਪ੍ਰਣਾਲੀਆਂ ਜਿਹੜੀਆਂ ਨੇ ਉਹ ਲੋਕਤੰਤਰ ਹੋਣ ਦੇ ਬਾਵਜੂਦ, ਲੋਕਤੰਤਰ ਇੱਕ ਸਿਮਿਲੈਰਿਟੀ ਆ ਪਰੰਤੂ ਉਹਦੇ ਬਾਵਜੂਦ ਜਿਹੜਾ ਆ ਚੋਣ ਪ੍ਰਣਾਲੀਆਂ ਵੱਖੋ ਵੱਖਰੇ ਦੇਸ਼ਾਂ ਦੇ ਵਿੱਚ ਸਾਨੂੰ ਵੱਖੋ ਵੱਖਰੀਆਂ ਵੇਖਣ ਨੂੰ ਮਿਲਦੀਆਂ ਨੇ। ਨੈਕਸਟ ਪੁਆਇੰਟ ਆ ਜਾਂਦਾ ਰਾਜਨੀਤਿਕ ਪ੍ਰਣਾਲੀਆਂ ਦਾ ਅਧਿਐਨ, ਕਿ ਰਾਜਨੀਤਿਕ ਪ੍ਰਣਾਲੀ ਜਿਹੜੀ ਆ ਉਹ ਬਣਦੀ ਕਾਹਦੇ ਤੋਂ ਆ? ਰਸਮੀ ਅਤੇ ਗੈਰ ਰਸਮੀ ਸੰਸਥਾਵਾਂ ਤੋਂ। ਵੱਖ-ਵੱਖ ਦੇਸ਼ਾਂ ਦੇ ਵਿੱਚ ਰਸਮੀ ਸੰਗਠਨ ਵੀ ਹੁੰਦੇ ਨੇ ਤੇ ਗੈਰ ਰਸਮੀ ਵੀ। ਫੋਰ ਐਗਜ਼ਾਮਪਲ ਇੰਡੀਆ ਦੇ ਵਿੱਚ ਰਸਮੀ ਸੰਗਠਨ ਕਿਹੜੇ ਨੇ? ਜਿਨ੍ਹਾਂ ਦਾ ਵਰਣਨ ਦੇਸ਼ ਦੇ ਸੰਵਿਧਾਨ ਵਿੱਚ ਲਿਖਿਆ ਹੁੰਦਾ ਹੈ, ਜਿਨ੍ਹਾਂ ਦਾ ਵਰਣਨ ਦੇਸ਼ ਦੇ ਸੰਵਿਧਾਨ ਵਿੱਚ ਕੀਤਾ ਹੁੰਦਾ ਹੈ, ਜਿੱਦਾਂ ਕਿ ਕਾਰਜਪਾਲਿਕਾ, ਵਿਧਾਨਪਾਲਿਕਾ, ਨਿਆਂਪਾਲਿਕਾ, ਇਹ ਸਾਰੇ ਰਸਮੀ ਸੰਗਠਨ ਨੇ ਸਰਕਾਰ ਦੇ। ਗੈਰ ਰਸਮੀ ਕਿਹੜੇ ਨੇ? ਜਿਨ੍ਹਾਂ ਦਾ ਵਰਣਨ ਭਾਰਤ ਦੇ ਸੰਵਿਧਾਨ ਵਿੱਚ ਨਹੀਂ ਕੀਤਾ ਗਿਆ ਪਰੰਤੂ ਉਹ ਸਾਡੇ ਸਿਸਟਮ ਵਿੱਚ ਐਗਜ਼ਿਸਟ ਕਰਦੇ ਆ ਤੇ ਬੜੇ ਅਹਿਮ ਤਰੀਕੇ ਨਾਲ ਸਰਕਾਰਾਂ ਦੀ ਜਿਹੜੀ ਵਰਕਿੰਗ ਆ ਉਹਨੂੰ ਪ੍ਰਭਾਵਿਤ ਕਰਦੇ ਆ। ਫੋਰ ਐਗਜ਼ਾਮਪਲ ਦਬਾਓ ਸਮੂਹ, ਹਿੱਤ ਸਮੂਹ, ਜਾਤੀ ਸਮੂਹ ਤੇ ਬਹੁਤ ਸਾਰੀਆਂ ਨਾਨ ਗਵਰਨਮੈਂਟਲ ਆਰਗੇਨਾਈਜੇਸ਼ਨਸ, ਇਹ ਸਾਰੇ ਗੈਰ ਰਸਮੀ ਸੰਗਠਨ ਆ ਜਿਨ੍ਹਾਂ ਦਾ ਵਰਣਨ ਸੰਵਿਧਾਨ ਵਿੱਚ ਨਹੀਂ ਹੈਗਾ ਪਰੰਤੂ ਉਹ ਰਾਜਨੀਤਿਕ ਪ੍ਰਣਾਲੀ ਦੀ ਵਰਕਿੰਗ ਨੂੰ ਪ੍ਰਭਾਵਿਤ ਕਰਦੇ ਆ। ਸੋ ਰਾਜਨੀਤਿਕ ਦਲ ਵੀ ਜਿਹੜੇ ਨੇ ਉਹ ਵੀ ਗੈਰ ਰਸਮੀ ਸੰਗਠਨ ਆ, ਕਿਉਂਕਿ ਉਹਨਾਂ ਬਾਰੇ ਵੀ ਸਾਡੇ ਸੰਵਿਧਾਨ ਵਿੱਚ ਗੱਲ ਨਹੀਂ ਕੀਤੀ ਗਈ ਪਰੰਤੂ ਉਹ ਸਾਡੇ ਸਿਸਟਮ ਦਾ ਅਹਿਮ ਹਿੱਸਾ ਹੈ। ਸੋ ਕਹਿਣ ਦਾ ਮਤਲਬ ਆ ਕਿ ਵੱਖ-ਵੱਖ ਦੇਸ਼ਾਂ ਦੇ ਵਿੱਚ ਜਿਹੜੇ ਰਸਮੀ ਅਤੇ ਗੈਰ ਰਸਮੀ ਸੰਗਠਨ ਆ ਤੇ ਉਹਨਾਂ ਦੀਆਂ ਜਿਹੜੀਆਂ ਰਾਜਨੀਤਿਕ ਭੂਮਿਕਾਵਾਂ ਨੇ, ਜਿਹੜੀਆਂ ਉਹ ਰਾਜਨੀਤਿਕ ਭੂਮਿਕਾਵਾਂ ਅਦਾ ਕਰਦੇ ਨੇ, ਉਹਨਾਂ ਰਾਜਨੀਤਿਕ ਭੂਮਿਕਾਵਾਂ ਤੋਂ ਹੀ ਰਾਜਨੀਤਿਕ ਪ੍ਰਣਾਲੀ ਬਣਦੀ ਹੈ। ਯਾਨੀ ਕਿ ਰਾਜਨੀਤਿਕ ਪ੍ਰਣਾਲੀ ਜਿਹੜੀ ਆ ਇੱਕ ਸਿਸਟਮ ਦੇ ਵਿੱਚ ਪਾਏ ਜਾਣ ਵਾਲੇ ਰਸਮੀ ਅਤੇ ਗੈਰ ਰਸਮੀ ਸੰਗਠਨ ਜਿਹੜੇ ਨੇ ਤੇ ਉਹਨਾਂ ਦੁਆਰਾ ਨਿਭਾਈਆਂ ਜਾਣ ਵਾਲੀਆਂ ਭੂਮਿਕਾਵਾਂ ਦਾ ਜੋੜ ਹੁੰਦੀ ਹੈ। ਸੋ ਇਸ ਕਰਕੇ ਰਾਜਨੀਤਿਕ ਪ੍ਰਣਾਲੀਆਂ ਦਾ ਅਧਿਐਨ ਵੀ ਜਿਹੜਾ ਆ ਉਹ ਪੋਲੀਟੀਕਲ ਸਾਇੰਸ ਦੇ ਵਿੱਚ ਕੀਤਾ ਜਾਂਦਾ। ਨੈਕਸਟ ਆ ਜਾਂਦਾ ਅਧਿਕਾਰਾਂ ਅਤੇ ਕਰਤੱਵਾਂ ਦਾ ਅਧਿਐਨ। ਸੋ ਅਧਿਕਾਰ ਅਤੇ ਕਰਤੱਵ ਜਿਹੜੇ ਨੇ ਉਹਨਾਂ ਦੇ ਅਧਿਐਨ ਜਿਹੜਾ ਆ ਅਸੀਂ ਪੋਲੀਟੀਕਲ ਸਾਇੰਸ ਦੇ ਵਿੱਚ ਕਰਦੇ ਹਾਂ।
ਕਿਉਂਕਿ ਪੋਲੀਟੀਕਲ ਸਾਇੰਸ ਦੀ ਜੇਕਰ ਅਸੀਂ ਗੱਲ ਕਰਾਂਗੇ ਤੇ ਅਸੀਂ ਲੋਕਾਂ ਦੇ ਅਧਿਕਾਰਾਂ ਦੀ ਗੱਲ ਵੀ ਕਰਾਂਗੇ, ਲੋਕਾਂ ਦੇ ਕਰਤੱਵਾਂ ਦੀ ਗੱਲ ਵੀ ਕਰਾਂਗੇ। ਸੋ ਅਧਿਕਾਰ ਅਤੇ ਕਰਤੱਵ ਜਿਹੜੇ ਆ ਉਹ ਅਸੀਂ ਪੋਲੀਟੀਕਲ ਸਾਇੰਸ ਦੇ ਵਿੱਚ ਹੀ ਡਿਸਕਸ ਕਰਦੇ ਹਾਂ। ਅਧਿਕਾਰ ਕੀ ਨੇ? ਲੋਕਾਂ ਨੂੰ ਰਾਜ ਦੁਆਰਾ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ, ਲੋਕਾਂ ਨੂੰ ਰਾਜ ਦੁਆਰਾ ਦਿੱਤਾ ਜਾਣ ਵਾਲਾ ਇੱਕ ਇਨਵਾਇਰਨਮੈਂਟ, ਜਿਹੜੇ ਇਨਵਾਇਰਨਮੈਂਟ ਦੇ ਵਿੱਚ ਰਹਿ ਕੇ ਲੋਕ ਆਪਣੇ ਜੀਵਨ ਦਾ ਵਿਕਾਸ ਕਰ ਸਕਣ। ਸੋ ਇੱਕ ਤਰੀਕੇ ਦਾ ਵਾਤਾਵਰਣ ਆ, ਇੱਕ ਤਰੀਕੇ ਦਾ ਆਲਾ ਦੁਆਲਾ, ਮੀਨਸ ਕਿ ਇਹੋ ਜਿਹਾ ਮਾਹੌਲ ਜਿਹਦੇ ਵਿੱਚ ਰਹਿ ਕੇ ਲੋਕ ਆਪਣੇ ਜੀਵਨ ਦਾ ਵਿਕਾਸ ਕਰ ਸਕਦੇ ਨੇ, ਆਪਣਾ ਸਰੀਰਕ ਵਿਕਾਸ, ਬੌਧਿਕ ਵਿਕਾਸ, ਭਾਵਨਾਤਮਕ ਵਿਕਾਸ। ਸੋ ਸਾਡੀ ਪਰਸਨੈਲਿਟੀ ਦੇ ਜਿਹੜੇ ਵੱਖ-ਵੱਖ ਆਸਪੈਕਟਸ ਨੇ ਉਹਨਾਂ ਦੀ ਡਿਵੈਲਪਮੈਂਟ ਵਾਸਤੇ ਸਾਨੂੰ ਇੱਕ ਵਧੀਆ ਮਾਹੌਲ ਚਾਹੀਦਾ ਆ, ਤੇ ਉਹ ਮਾਹੌਲ ਜਿਹੜਾ ਆ ਉਹ ਕੌਣ ਦਿੰਦਾ ਆ, ਕੌਣ ਪ੍ਰੋਵਾਈਡ ਕਰਦਾ ਆ? ਸਟੇਟ। ਸੋ ਇਸ ਕਰਕੇ ਅਧਿਕਾਰ ਜਿਹੜੇ ਨੇ ਰਾਜ ਦੁਆਰਾ ਦਿੱਤੇ ਜਾਂਦੇ ਆ, ਤੇ ਉਹਦੇ ਨਾਲ ਨਾਲ ਲੋਕਾਂ ਦੇ ਰਾਜ ਪ੍ਰਤੀ ਕੀ ਕਰਤੱਵ ਬਣਦੇ ਆ, ਲੋਕਾਂ ਦੇ ਸਮਾਜ ਪ੍ਰਤੀ ਕੀ ਕਰਤੱਵ ਬਣਦੇ ਆ। ਸੋ ਇਹਨਾਂ ਅਧਿਕਾਰਾਂ ਅਤੇ ਕਰਤੱਵਾਂ ਦੀ ਸਟੱਡੀ ਵੀ ਜਿਹੜੀ ਆ ਉਹ ਪੋਲੀਟੀਕਲ ਸਾਇੰਸ ਦੇ ਵਿੱਚ ਕੀਤੀ ਜਾਂਦੀ ਹੈ। ਨੈਕਸਟ ਆ ਜਾਂਦਾ ਰਾਜਨੀਤਿਕ ਸੱਭਿਆਚਾਰ ਦਾ ਅਧਿਐਨ। ਸੋ ਰਾਜਨੀਤਿਕ ਸੱਭਿਆਚਾਰ ਜਾਂ ਨੈਕਸਟ ਪੁਆਇੰਟ ਹੈ ਰਾਜਨੀਤਿਕ ਸਮਾਜੀਕਰਨ। ਇਹ ਨਵੀਆਂ ਟਰਮਜ਼ ਆ ਪੋਲੀਟੀਕਲ ਸਾਇੰਸ ਦੇ ਵਿੱਚ ਪਿਛਲੇ ਕੁਝ ਸਾਲਾਂ ਦੇ ਵਿੱਚ ਇਹ ਹੋਂਦ ਵਿੱਚ ਆਈਆਂ ਨੇ। ਸੋ ਰਾਜਨੀਤਿਕ ਸੱਭਿਆਚਾਰ ਕੀ ਹੈ? ਰਾਜਨੀਤਿਕ ਸੱਭਿਆਚਾਰ ਲੋਕਾਂ ਦੇ ਰਾਜਨੀਤਿਕ ਪ੍ਰਣਾਲੀ ਪ੍ਰਤੀ ਜਿਹੜੇ ਦ੍ਰਿਸ਼ਟੀਕੋਣ ਆ, ਕਦਰਾਂ ਕੀਮਤਾਂ ਨੇ, ਭਾਵਨਾਵਾਂ ਨੇ, ਉਹਨਾਂ ਦਾ ਜੋੜ ਆ। ਯਾਨੀ ਕਿ ਲੋਕ ਰਾਜਨੀਤਿਕ ਪ੍ਰਣਾਲੀ ਪ੍ਰਤੀ ਜੋ ਵੀ ਵਿਸ਼ਵਾਸ ਰੱਖਦੇ ਨੇ, ਜੋ ਵੀ ਉਹਨਾਂ ਦੀਆਂ ਵੈਲਿਊਜ਼ ਆ, ਕਦਰਾਂ ਕੀਮਤਾਂ ਨੇ ਜਾਂ ਫੀਲਿੰਗਸ ਨੇ, ਜੋ ਪੋਲੀਟੀਕਲ ਸਿਸਟਮ ਪ੍ਰਤੀ ਜਾਂ ਰਾਜਨੀਤਿਕ ਢਾਂਚਿਆਂ ਪ੍ਰਤੀ, ਉਹ ਕਦਰਾਂ ਕੀਮਤਾਂ ਜਾਂ ਭਾਵਨਾਵਾਂ ਜਿਹੜੀਆਂ ਨੇ ਉਹਨਾਂ ਦੇ ਜੋੜ ਨੂੰ ਰਾਜਨੀਤਿਕ ਸੱਭਿਆਚਾਰ ਕਹਿੰਦੇ ਆ। ਤੇ ਜਦੋਂ ਤੱਕ ਅਸੀਂ ਰਾਜਨੀਤਿਕ ਸੱਭਿਆਚਾਰ ਦਾ ਅਧਿਐਨ ਨਹੀਂ ਕਰਾਂਗੇ, ਅਸੀਂ ਲੋਕਾਂ ਦੀਆਂ ਫੀਲਿੰਗਸ, ਲੋਕਾਂ ਦੀਆਂ ਭਾਵਨਾਵਾਂ ਜਿਹੜੀਆਂ ਨੇ ਉਹਨਾਂ ਦਾ ਅਧਿਐਨ ਨਹੀਂ ਕਰਾਂਗੇ, ਤੇ ਉਹ ਤੋਂ ਬਿਨਾਂ ਸਾਡਾ ਪੋਲੀਟੀਕਲ ਸਾਇੰਸ ਦਾ ਅਧਿਐਨ ਜਿਹੜਾ ਆ ਉਹ ਇਨਕੰਪਲੀਟ ਰਹੇਗਾ। ਫਿਰ ਨੈਕਸਟ ਹੁੰਦਾ ਰਾਜਨੀਤਿਕ ਸਮਾਜੀਕਰਨ ਦਾ ਅਧਿਐਨ। ਰਾਜਨੀਤਿਕ ਸਮਾਜੀਕਰਨ ਕੀ ਆ? ਇੱਕ ਪ੍ਰੋਸੈਸ ਆ, ਇੱਕ ਪ੍ਰਕਿਰਿਆ ਆ, ਜਿਸ ਪ੍ਰਕਿਰਿਆ ਦੇ ਰਾਹੀਂ ਲੋਕਾਂ ਦੇ ਰਾਜਨੀਤੀ ਪ੍ਰਤੀ ਦ੍ਰਿਸ਼ਟੀਕੋਣ ਜਾਂ ਵਿਸ਼ਵਾਸ ਜਾਂ ਕਦਰਾਂ ਕੀਮਤਾਂ ਬਣਦੀਆਂ ਨੇ। ਉਹ ਪ੍ਰਕਿਰਿਆ ਜਿਹੜੀ ਆ ਕਦੋਂ ਤੋਂ ਸ਼ੁਰੂ ਹੋ ਜਾਂਦੀ ਆ? ਵਿਅਕਤੀ ਦੇ ਜਨਮ ਤੋਂ। ਜਦੋਂ ਬੱਚਾ ਜਨਮ ਲੈਂਦਾ ਆ ਉਦੋਂ ਤੋਂ ਰਾਜਨੀਤਿਕ ਸਮਾਜੀਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ। ਬੱਚਾ ਆਪਣੀ ਫੈਮਿਲੀ ਦੇ ਵਿੱਚ ਰਾਜਨੀਤੀ ਨਾਲ ਜੁੜੀਆਂ ਗੱਲਾਂ ਸੁਣਦਾ ਆ, ਕੁਝ ਆਪਣੀ ਫੈਮਿਲੀ ਤੋਂ ਸਿੱਖਦਾ ਆ, ਫਿਰ ਸਕੂਲ ਜਾਂ ਕਾਲਜ ਦੇ ਵਿੱਚ ਇੱਕ ਪਾਰਟਿਕੂਲਰ ਸਿਲੇਬਸ ਆ ਉਹ ਉਹਨੂੰ ਪੜ੍ਹਾਇਆ ਜਾਂਦਾ ਆ, ਜਿਹਦੇ ਨਾਲ ਉਹਨੂੰ ਸਟੇਟ ਬਾਰੇ, ਗਵਰਨਮੈਂਟ ਬਾਰੇ ਨੌਲੇਜ ਹੁੰਦੀ ਹੈ। ਇਹ ਤੋਂ ਇਲਾਵਾ ਜਦੋਂ ਰੀਅਲ ਲਾਈਫ ਦੇ ਵਿੱਚ ਅੱਗੇ ਕੰਮ ਕਰਦਾ ਆ, ਜਦੋਂ ਪੜ੍ਹ ਲਿਖ ਕੇ ਉਹ ਰੀਅਲ ਲਾਈਫ ਦੇ ਵਿੱਚ ਵਿਚਰਦਾ ਆ, ਤੇ ਉਦੋਂ ਫਿਰ ਉਹਦੇ ਜਿਹੜੇ ਐਕਸਪੀਰੀਐਂਸਿਸ ਆ ਉਹ ਉਹਦੇ ਰਾਜਨੀਤਿਕ ਦ੍ਰਿਸ਼ਟੀਕੋਣ ਜਾਂ ਵਿਸ਼ਵਾਸ ਜਾਂ ਕਦਰਾਂ ਕੀਮਤਾਂ ਨੂੰ ਕਈ ਵਾਰੀ ਬਦਲ ਵੀ ਦਿੰਦੇ ਆ। ਸੋ ਇਸ ਤਰੀਕੇ ਨਾਲ ਰਾਜਨੀਤਿਕ ਸਮਾਜੀਕਰਨ ਦੀ ਜਿਹੜੀ ਪ੍ਰਕਿਰਿਆ ਆ, ਇਹਦੇ ਰਾਹੀਂ ਜਿਹੜਾ ਸਾਡਾ ਪੋਲੀਟੀਕਲ ਕਲਚਰ ਆ, ਲੋਕਾਂ ਦੇ ਜਿਹੜੇ ਰਾਜਨੀਤਿਕ ਪ੍ਰਤੀ ਦ੍ਰਿਸ਼ਟੀਕੋਣ ਹੈ ਜਾਂ ਵਿਸ਼ਵਾਸ ਜਾਂ ਕਦਰਾਂ ਕੀਮਤਾਂ ਨੇ, ਉਹਨਾਂ ਨੂੰ ਬਣਾਈ ਵੀ ਰੱਖਿਆ ਜਾਂਦਾ ਆ ਤੇ ਜਾਂ ਉਹਨਾਂ ਵਿੱਚ ਬਦਲਾਅ ਵੀ ਆ ਜਾਂਦਾ ਆ। ਸੋ ਇਸ ਤਰੀਕੇ ਨਾਲ ਉਹ ਜਿਹੜਾ ਵਿਸ਼ਵਾਸ ਜਾਂ ਕਦਰਾਂ ਕੀਮਤਾਂ ਨੇ ਉਹਨਾਂ ਨੂੰ ਅਗਲੀ ਪੀੜ੍ਹੀ ਤੱਕ ਵੀ ਪਹੁੰਚਾਇਆ ਜਾਂਦਾ ਹੈ। ਯਾਨੀ ਕਿ ਅਸੀਂ ਆਪਣੇ ਪੇਰੈਂਟਸ ਤੋਂ ਬਹੁਤ ਕੁਝ ਸਿੱਖਦੇ ਹਾਂ, ਰਾਜਨੀਤੀ ਪ੍ਰਤੀ ਜਿਹੜੇ ਦ੍ਰਿਸ਼ਟੀਕੋਣ ਹਾਸਲ ਕਰਦੇ ਆ, ਤੇ ਅੱਗੋਂ ਸਾਡੀ ਜਿਹੜੀ ਨੈਕਸਟ ਜਨਰੇਸ਼ਨ ਆ ਉਹ ਸਾਡੇ ਤੋਂ ਉਹ ਦ੍ਰਿਸ਼ਟੀਕੋਣ ਜਾਂ ਵਿਸ਼ਵਾਸ ਜਿਹੜੇ ਗ੍ਰਹਿਣ ਕਰਦੀ ਹੈ। ਸੋ ਇਸ ਤਰੀਕੇ ਨਾਲ ਰਾਜਨੀਤਿਕ ਸਮਾਜੀਕਰਨ ਦੀ ਪ੍ਰਕਿਰਿਆ ਜਿਹੜੀ ਹੈ ਉਹ ਲੋਕਾਂ ਦੇ ਰਾਜਨੀਤੀ ਪ੍ਰਤੀ ਜਿਹੜੇ ਦ੍ਰਿਸ਼ਟੀਕੋਣ ਨੇ, ਕਦਰਾਂ ਕੀਮਤਾਂ ਨੇ, ਉਹਨਾਂ ਨੂੰ ਨੈਕਸਟ ਜਨਰੇਸ਼ਨ ਤੱਕ ਵੀ ਪਹੁੰਚਾਉਂਦੀ ਆ, ਤੇ ਉਸ ਰਾਜਨੀਤਿਕ ਸਮਾਜੀਕਰਨ ਦੀ ਪ੍ਰਕਿਰਿਆ ਦਾ ਅਧਿਐਨ ਜਿਹੜਾ ਆ ਉਹ ਪੋਲੀਟੀਕਲ ਸਾਇੰਸ ਕੀਤਾ ਜਾਂਦਾ। ਨੈਕਸਟ ਪੁਆਇੰਟ ਆ ਜਾਂਦਾ ਸੰਵਿਧਾਨਿਕ ਪ੍ਰਣਾਲੀਆਂ ਦਾ ਅਧਿਐਨ। ਸੋ ਹਰ ਦੇਸ਼ ਦੀ ਸੰਵਿਧਾਨਿਕ ਪ੍ਰਣਾਲੀ ਜਿਹੜੀ ਹੈ, ਸੰਵਿਧਾਨਿਕ ਮੀਨਸ ਇੱਕ ਕੌਨਸਟੀਟਿਊਸ਼ਨਲ ਸਟਰਕਚਰ ਆ, ਇੱਕ ਸੰਵਿਧਾਨਿਕ ਢਾਂਚਾ ਆ। ਵੱਖ-ਵੱਖ ਦੇਸ਼ਾਂ ਦੇ ਵਿੱਚ ਵੱਖੋ ਵੱਖਰੇ ਜਿਹੜੇ ਕਾਨੂੰਨ ਆ ਉਹ ਉਸ ਦੇਸ਼ ਵਿੱਚ ਰਹਿਣ ਵਾਲੇ ਲੋਕਾਂ ਦੀਆਂ ਜਿਹੜੀਆਂ ਪਰੰਪਰਾਵਾਂ ਨੇ, ਲੋੜਾਂ ਨੇ, ਯਾਨੀ ਕਿ ਉਹਨਾਂ ਦੇ ਲੋਕਾਂ ਦੀ ਨੀਡਸ ਕੀ ਨੇ, ਕਿਉਂਕਿ ਹਰ ਕੰਟਰੀ ਦੇ ਲੋਕਾਂ ਦੀਆਂ ਵੱਖੋ ਵੱਖਰੀ ਤਰ੍ਹਾਂ ਦੀ ਨੀਡਸ ਹੁੰਦੀਆਂ ਨੇ। ਭਵਿੱਖ ਦੇ ਜਿਹੜੇ ਟੀਚੇ ਮਿੱਥੇ ਜਾਂਦੇ ਨੇ ਉਹਨਾਂ ਨੂੰ ਸਾਹਮਣੇ ਰੱਖ ਕੇ ਜਿਹੜਾ ਇੱਕ ਸਿਸਟਮ ਤਿਆਰ ਕੀਤਾ ਜਾਂਦਾ ਆ ਉਹਨੂੰ ਕਹਿੰਦੇ ਆ ਸੰਵਿਧਾਨਿਕ ਪ੍ਰਣਾਲੀ। ਤੇ ਉਹ ਸੰਵਿਧਾਨਿਕ ਪ੍ਰਣਾਲੀ ਦਾ ਅਧਿਐਨ ਜਿਹੜਾ ਆ ਉਹ ਪੋਲੀਟੀਕਲ ਸਾਇੰਸ ਦਾ ਹਿੱਸਾ ਆ। ਸੋ ਇਸ ਤਰੀਕੇ ਨਾਲ ਵੱਖ-ਵੱਖ ਦੇਸ਼ਾਂ ਦੀਆਂ ਜਿਹੜੇ ਸੰਵਿਧਾਨਿਕ ਪ੍ਰਣਾਲੀਆਂ ਨੇ ਉਹਨਾਂ ਦਾ ਅਧਿਐਨ ਵੀ ਪੋਲੀਟੀਕਲ ਸਾਇੰਸ ਕਰਦੇ ਆ। ਲਾਸਟ ਪੁਆਇੰਟ ਆ ਜਾਂਦਾ ਕਾਨੂੰਨ ਦਾ ਅਧਿਐਨ। ਸੋ ਜਿੰਨੇ ਵੀ ਲੋਕਤੰਤਰੀ ਮੁਲਕ ਨੇ ਉਹਨਾਂ ਸਾਰਿਆਂ ਦੇ ਵਿੱਚ ਕਾਨੂੰਨ ਦਾ ਸ਼ਾਸਨ ਹੁੰਦਾ ਆ। ਸੋ ਲੋਕਤੰਤਰ ਆ, ਇਟ ਮੀਨਸ ਉੱਥੇ ਕਾਨੂੰਨ ਦਾ ਸ਼ਾਸਨ ਆ। ਤੇ ਰਾਜਨੀਤੀ ਸ਼ਾਸਤਰ ਜਿਹੜਾ ਆ, ਪੋਲੀਟੀਕਲ ਸਾਇੰਸ ਜਿਹੜੀ ਹੈ ਉਹ ਕਾਨੂੰਨ ਦਾ ਮੀਨਿੰਗ ਕੀ ਆ, ਉਹ ਲਾਅ ਜਿਹੜਾ ਉਹਦਾ ਮੀਨਿੰਗ ਕੀ ਆ, ਕਾਨੂੰਨ ਦੀਆਂ ਕਿਸਮਾਂ ਕਿਹੜੀਆਂ ਨੇ, ਕੀ ਵੱਖੋ ਵੱਖਰੀ ਤਰ੍ਹਾਂ ਦਾ ਕਾਨੂੰਨ ਹੈ ਕਿ ਇੱਕ ਹੀ ਤਰ੍ਹਾਂ ਦਾ ਕਾਨੂੰਨ ਹੈ ਸਾਰਿਆਂ ਲਈ, ਜਾਂ ਕਾਨੂੰਨ ਦੇ ਸੋਮੇ ਕੀ ਨੇ, ਯਾਨੀ ਕਿ ਕਿੱਥੋਂ ਕਾਨੂੰਨ ਜਿਹੜਾ ਜਾਂ ਬੋਰੋ ਕੀਤਾ ਗਿਆ ਆ, ਤੇ ਕਾਨੂੰਨ ਦੀ ਪ੍ਰਕਿਰਿਆ ਕੀ ਹੈ, ਯਾਨੀ ਕਿ ਕਾਨੂੰਨ ਬਣਦਾ ਕਿੱਦਾਂ ਆ ਸਿਸਟਮ ਦੇ ਵਿੱਚ,
कि जिद्दां कानून जिहड़ा आ हुण इंडिया की गल करिए तां कानून जिहड़ा आ कोई भी जिहड़ा बिल आ कोई भी जिहड़ा बिल आ ਉਹ ਸੰਸਦ ਦੇ ਦੋਹਾਂ ਸਦਨਾਂ ਦੁਆਰਾ ਪਾਸ ਹੋਣ ਤੋਂ ਬਾਅਦ ਪ੍ਰੈਜ਼ੀਡੈਂਟ ਦੇ ਉਹਦੇ ਉੱਪਰ ਸਾਈਨ ਹੁੰਦੇ ਨੇ ਤੇ ਫਿਰ ਉਹ ਬਿੱਲ ਜਿਹੜਾ ਕਾਨੂੰਨ ਬਣਦਾ ਹੈ। ਸੋ ਇਸ ਤਰੀਕੇ ਨਾਲ ਪੋਲੀਟੀਕਲ ਸਾਇੰਸ ਜਿਹੜੀ ਆ ਉਹਦੇ ਵਿੱਚ ਲਾਅ ਕਹਿੰਦੇ ਕਿਹਨੂੰ ਆ ਤੇ ਲਾਅ ਦੀਆਂ ਕਾਈਂਡਸ ਕਿਹੜੀਆਂ ਨੇ ਕਿਹੜੀਆਂ ਕਿਸਮਾਂ ਨੇ ਤੇ ਕਾਨੂੰਨ ਦੇ ਸੋਮੇ ਕੀ ਨੇ। ਯਾਨੀ ਕਿ ਜੇ ਹੁਣ ਆਪਾਂ ਗੱਲ ਕਰੀਏ ਇੰਡੀਆ ਦੀ ਤੇ ਇੰਡੀਆ ਵਿੱਚ ਕਾਨੂੰਨ ਦਾ ਸੋਮਾ ਸਿਰਫ ਸੰਸਦ ਨਹੀਂ ਹੈ ਬਲਕਿ ਨਿਆਂਪਾਲਿਕਾ ਜੋ ਵੀ ਫੈਸਲੇ ਦਿੰਦੀ ਹੈ ਉਹ ਵੀ ਕਾਨੂੰਨ ਆ। ਸੋ ਇਸ ਕਰਕੇ ਕਾਨੂੰਨ ਦੇ ਸੋਮੇ ਕਿਹੜੇ ਨੇ, ਨਿਆਂਪਾਲਿਕਾ ਦੇ ਫੈਸਲੇ ਵੀ ਨੇ ਤੇ ਸੰਸਦ ਵੀ ਆ ਤੇ ਇਸ ਤੋਂ ਇਲਾਵਾ ਕਾਨੂੰਨ ਦੀ ਪ੍ਰਕਿਰਿਆ ਕੀ ਹੈ, ਯਾਨੀ ਕਿ ਕਿਸ ਤਰੀਕੇ ਨਾਲ ਕਾਨੂੰਨ ਪਾਸ ਹੁੰਦਾ ਆ, ਉਹ ਸਾਰਾ ਪ੍ਰੋਸੀਜਰ ਜਿਹੜਾ ਆ ਇਸ ਚੀਜ਼ ਦਾ ਅਧਿਐਨ ਜਿਹੜਾ ਆ ਉਹ ਅਸੀਂ ਪੋਲੀਟੀਕਲ ਸਾਇੰਸ ਦੇ ਵਿੱਚ ਕਰਦੇ ਹਾਂ। ਸੋ ਇਹ ਸੀਗੇ ਰਾਜਨੀਤੀ ਸ਼ਾਸਤਰ ਦੇ ਖੇਤਰ ਦੇ ਪੁਆਇੰਟਸ। ਵੈਸੇ ਵੇਖਿਆ ਜਾਵੇ ਤਾਂ ਰਾਜਨੀਤੀ ਸ਼ਾਸਤਰ ਦਾ ਖੇਤਰ ਜਿਹੜਾ ਆ ਅਸੀਂ ਉਹਨੂੰ ਲਿਮਟਿਡ ਨਹੀਂ ਕਰ ਸਕਦੇ, ਉਹਨੂੰ ਅਸੀਂ ਸੀਮਿਤ ਨਹੀਂ ਕਰ ਸਕਦੇ। ਪੋਲੀਟੀਕਲ ਸਾਇੰਸ ਦਾ ਖੇਤਰ ਬਹੁਤ ਵਿਸ਼ਾਲ ਆ, ਯਾਨੀ ਕਿ ਇਹਦੇ ਵਿੱਚ ਹਰ ਉਸ ਸੰਗਠਨ ਦਾ ਅਧਿਐਨ ਅਸੀਂ ਪੋਲੀਟੀਕਲ ਸਾਇੰਸ ਦੇ ਵਿੱਚ ਕਰਦੇ ਹਾਂ ਜਿਹੜਾ ਕਿ ਸੱਤਾ ਨੂੰ ਪ੍ਰਭਾਵਿਤ ਕਰਦਾ ਆ ਤੇ ਜਿਹੜਾ ਸ਼ਕਤੀ ਨੂੰ ਪ੍ਰਭਾਵਿਤ ਕਰਦਾ ਆ, ਤੇ ਹਰ ਉਸ ਐਕਟੀਵਿਟੀ ਦਾ ਅਧਿਐਨ ਵੀ ਕਰਦੇ ਹਾਂ, ਹਰ ਉਸ ਗਤੀਵਿਧੀ ਦਾ ਜਿਹੜੀ ਕਿ ਸਰਕਾਰ ਦੇ ਫੈਸਲਿਆਂ ਨੂੰ ਪ੍ਰਭਾਵਿਤ ਕਰਦੀ ਆ ਜਾਂ ਜਿਹਦਾ ਸੰਬੰਧ ਸ਼ਕਤੀ ਨਾਲ ਆ, ਸ਼ਾਸਨ ਨਾਲ ਆ, ਸੱਤਾ ਨਾਲ ਆ। ਸੋ ਇਸ ਕਰਕੇ ਪੋਲੀਟੀਕਲ ਸਾਇੰਸ ਦਾ ਖੇਤਰ ਬਹੁਤ ਵਿਆਪਕ ਆ। ਇਹਦੇ ਵਿੱਚ ਅਸੀਂ ਵਿਵਾਦਾਂ ਸੰਘਰਸ਼ਾਂ ਦਾ ਅਧਿਐਨ ਵੀ ਕਰਦੇ ਹਾਂ, ਅਸੀਂ ਸਰਬਸੰਮਤੀ ਤੇ ਸਹਿਯੋਗ ਦਾ ਅਧਿਐਨ ਵੀ ਕਰਦੇ ਹਾਂ, ਅਸੀਂ ਦਬਾਅ ਸਮੂਹਾਂ ਦਾ ਅਧਿਐਨ ਵੀ ਕਰਦੇ ਹਾਂ, ਅਸੀਂ ਰਾਜਨੀਤਿਕ ਦਲਾਂ ਦਾ ਅਧਿਐਨ ਵੀ ਕਰਦੇ ਹਾਂ, ਅਸੀਂ ਰਾਜ ਦਾ ਅਧਿਐਨ ਵੀ ਕਰਦੇ ਹਾਂ, ਸਰਕਾਰ ਦਾ ਅਧਿਐਨ ਵੀ ਕਰਦੇ ਹਾਂ ਤੇ ਵੱਖੋ ਵੱਖਰੀਆਂ ਵਿਚਾਰਧਾਰਾਵਾਂ ਦਾ ਅਧਿਐਨ ਵੀ ਕਰਦੇ ਹਾਂ, ਅੰਤਰਰਾਸ਼ਟਰੀ ਸੰਗਠਨਾਂ ਦਾ ਅਧਿਐਨ ਵੀ ਕਰਦੇ ਹਾਂ। ਸੋ ਇਸ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਰਾਜਨੀਤੀ ਸ਼ਾਸਤਰ ਦਾ ਜਿਹੜਾ ਖੇਤਰ ਆ ਉਹਦੀ ਕੋਈ ਲਿਮਿਟ ਨਹੀਂ ਹੈ, ਉਹ ਬਹੁਤ ਜ਼ਿਆਦਾ ਵਿਆਪਕ ਆ। ਪਰੰਤੂ ਅਸੀਂ ਸਾਡੇ ਕੋਲ ਟਾਈਮ ਲਿਮਿਟਡ ਆ, ਪਰੰਤੂ ਸਾਡੇ ਕੋਲ ਸੀਮਿਤ ਸਮਾਂ ਹੋਣ ਕਰਕੇ ਅਸੀਂ ਇੰਨੇ ਕੁ ਪੁਆਇੰਟਸ ਜਿਹੜੇ ਡਿਸਕਸ ਕੀਤੇ ਆ ਜਿਹੜੇ ਕਿ ਕਾਫੀ ਇੰਪੋਰਟੈਂਟ ਨੇ। ਤੇ ਇਸ ਲੈਸਨ ਨਾਲ ਜੁੜੇ ਕੁਝ ਕੁਐਸਚਨਸ ਆ ਜਿਹੜੇ ਕਿ ਪੇਪਰ ਦੇ ਵਿੱਚ ਆ ਸਕਦੇ ਨੇ, ਵੀ ਕਿਸ ਤਰ੍ਹਾਂ ਦੇ ਕੁਐਸਚਨਸ ਪੇਪਰ ਦੇ ਵਿੱਚ ਆ ਸਕਦੇ ਨੇ ਇਸ ਲੈਸਨ ਦੇ ਵਿੱਚੋਂ, ਉਹ ਮੈਂ ਅੱਗੇ ਡਿਸਕਸ ਕਰਦਾ ਹਾਂ। ਜਿਹਦੇ ਵਿੱਚ ਆ ਜਾਂਦਾ ਪਹਿਲਾਂ ਰਾਜਨੀਤੀ ਸ਼ਾਸਤਰ ਤੋਂ ਕੀ ਭਾਵ ਹੈ, ਯਾਨੀ ਕਿ ਪੋਲੀਟੀਕਲ ਸਾਇੰਸ ਦਾ ਅਰਥ ਕੀ ਹੈ, ਮੀਨਿੰਗ ਪੁੱਛਿਆ ਜਾ ਸਕਦਾ ਆ ਕਿ ਪੋਲੀਟੀਕਲ ਸਾਇੰਸ ਦਾ ਮੀਨਿੰਗ ਕੀ ਹੈ। ਦੂਸਰਾ ਕੁਐਸਚਨ ਇਹ 'ਚ ਬਣਦਾ ਰਾਜਨੀਤੀ ਸ਼ਾਸਤਰ ਦੀ ਕੋਈ ਇੱਕ ਪਰਿਭਾਸ਼ਾ ਲਿਖੋ। ਸੋ ਜੇਕਰ ਪਰਿਭਾਸ਼ਾ ਇੱਕ ਡੈਫੀਨੇਸ਼ਨ ਪੁੱਛੀ ਜਾਵੇ ਤੁਸੀਂ ਉਹ ਕਿਸੇ ਪਰੰਪਰਾਵਾਦੀ ਵਿਦਵਾਨ ਦੀ ਵੀ ਦੇ ਸਕਦੇ ਹੋ, ਕਿਸੇ ਆਧੁਨਿਕ ਵਿਦਵਾਨ ਦੀ ਵੀ ਦੇ ਸਕਦੇ ਆ। ਸੋ ਕੋਈ ਵੀ ਇੱਕ ਡੈਫੀਨੇਸ਼ਨ ਜਿਹੜੀ ਹੈ ਜਿਹੜੀ ਤੁਹਾਨੂੰ ਆਉਂਦੀ ਹੈ ਤੁਸੀਂ ਉੱਥੇ ਲਿਖ ਸਕਦੇ ਜੇ। ਨੈਕਸਟ ਕੁਐਸਚਨ ਜਿਹੜਾ ਰਾਜਨੀਤੀ ਸ਼ਾਸਤਰ ਦੇ ਖੇਤਰ ਬਾਰੇ ਚਰਚਾ ਕਰੋ। ਸੋ ਪੋਲੀਟੀਕਲ ਸਾਇੰਸ ਦਾ ਜੇਕਰ ਖੇਤਰ ਬਾਰੇ ਕੁਐਸਚਨ ਆਉਂਦਾ ਆ ਤਾਂ ਉਹ 4 ਨੰਬਰ ਦਾ ਵੀ ਆ ਸਕਦਾ ਆ, 6 ਨੰਬਰ ਦਾ ਵੀ ਆ ਸਕਦਾ ਆ। ਸੋ ਡਿਪੈਂਡ ਕਰਦਾ ਹੈ ਵੀ 4 ਨੰਬਰ ਦਾ ਆਏਗਾ ਤੇ ਤੁਸੀਂ 4-5 ਪੁਆਇੰਟਸ ਲਿਖ ਦੇਣਾ, ਜੇ 6 ਨੰਬਰ ਦਾ ਆਏਗਾ ਤਾਂ ਤੁਸੀਂ 6-7 ਪੁਆਇੰਟਸ ਲਿਖ ਸਕਦੇ ਜੇ। ਸੋ ਇਸ ਕਰਕੇ ਡਿਪੈਂਡ ਕਰਦਾ ਹੈ ਵੀ ਕਿੰਨੇ ਨੰਬਰ ਦਾ ਕੁਐਸਚਨ ਪੁੱਛਿਆ ਗਿਆ ਆ, ਉਹਦੇ ਅਕੋਰਡਿੰਗਲੀ ਤੁਸੀਂ ਆਨਸਰ ਜਿਹੜਾ ਉੱਥੇ ਲਿਖ ਸਕਦੇ ਹੋ। ਫਿਰ ਇਹ 'ਚ ਇੱਕ ਹੋਰ ਕੁਐਸਚਨ ਬਣਦਾ ਆ ਰਾਜਨੀਤੀ ਸ਼ਾਸਤਰ ਦੇ ਅਧਿਐਨ ਦੀ ਮਹੱਤਤਾ ਬਾਰੇ ਚਰਚਾ ਕਰੋ, ਯਾਨੀ ਕਿ ਪੋਲੀਟੀਕਲ ਸਾਇੰਸ ਦੀ ਸਟੱਡੀ ਅਸੀਂ ਕਿਉਂ ਕਰਦੇ ਹਾਂ ਜਾਂ ਕਿਉਂ ਸਾਨੂੰ ਕਰਨੀ ਚਾਹੀਦੀ ਹੈ, ਪੋਲੀਟੀਕਲ ਸਾਇੰਸ ਦੀ ਇੰਪੋਰਟੈਂਸ ਕੀ ਹੈ ਸਾਡੀ ਲਾਈਫ ਦੇ ਵਿੱਚ। ਇਹ ਕੁਐਸਚਨ ਮੈਂ ਤੁਹਾਡੇ ਨਾਲ ਅਜੇ ਡਿਸਕਸ ਨਹੀਂ ਕੀਤਾ, ਮੈਂ ਆਪਣੇ ਨੈਕਸਟ ਵੀਡੀਓ ਦੇ ਵਿੱਚ ਇਸ ਕੁਐਸਚਨ ਬਾਰੇ ਚਰਚਾ ਕਰਾਂਗਾ। ਇਹ ਕਾਫੀ ਇੰਪੋਰਟੈਂਟ ਕੁਐਸਚਨ ਆ ਇਸ ਲੈਸਨ ਦਾ। ਇਹ ਵਾਲਾ ਕੁਐਸਚਨ ਕਰਨ ਦੇ ਨਾਲ ਇਹ ਵਾਲਾ ਲੈਸਨ ਜਿਹੜਾ ਤੁਹਾਡਾ ਕੰਪਲੀਟ ਹੋ ਜਾਏਗਾ। ਤੇ ਸੋ ਇਸ ਤਰ੍ਹਾਂ ਦੇ ਕੁਐਸਚਨ ਜਿਹੜੇ ਪੇਪਰ ਦੇ ਵਿੱਚ ਪੁੱਛੇ ਜਾ ਸਕਦੇ ਇਸ ਲੈਸਨ ਦੇ ਵਿੱਚੋਂ। ਸੋ ਨੈਕਸਟ ਵੀਡੀਓ ਦੇ ਵਿੱਚ ਅਸੀਂ ਨਵੇਂ ਟੌਪਿਕ ਬਾਰੇ ਗੱਲਬਾਤ ਕਰਾਂਗੇ। ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗਾ ਤੇ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ, ਤੇ ਜਿਹੜੇ ਚੈਨਲ ਤੇ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਦਿਓ ਤਾਂ ਕਿ ਮੇਰੇ ਆਉਣ ਵਾਲੇ ਵੀਡੀਓਜ਼ ਜਿਹੜੇ ਆ ਉਹਨਾਂ ਦੀ ਨੋਟੀਫਿਕੇਸ਼ਨ ਤੁਹਾਨੂੰ ਉਹ ਇੰਸਟੈਂਟਲੀ ਮਿਲ ਸਕੇ। ਥੈਂਕ ਯੂ ਸੋ ਮਚ।